ਕੱਲ ਅਸੀਂ ਡਿਸਕਸ ਕਰ ਰਹੇ ਸੀਗੇ ਕਿ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਸਟਰਕਚਰਲ ਪਲਾਨ ਹੈ ਐਸਐਸਏ ਔਰ ਇਹਦੇ ਵਿੱਚ ਅਸੀਂ ਕਿਸ ਤਰ੍ਹਾਂ ਦੀ ਐਜੂਕੇਸ਼ਨਲ ਜਿਹੜਾ ਹੈ ਸਿਸਟਮ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਦੇ ਵਿੱਚ ਅਸੀਂ ਇੱਕ ਗੱਲ ਕੀਤੀ ਸੀ ਕਿ ਅਸੀਂ ਜਿਹੜਾ ਅਲਟਰਨੇਟਿਵ ਐਂਡ ਗਰੰਟੀ ਸੈਂਟਰ ਲੈ ਕੇ ਆਵਾਂਗੇ ਔਰ ਕੁਛ 5-7 ਜਿਹੜੇ ਅਰਲੀ ਚਾਈਲਡਹੁੱਡ ਕੇਅਰ ਸੈਂਟਰ ਦੀ ਗੱਲ ਸੀ ਜਾਂ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੇ 6 ਤਰ੍ਹਾਂ ਦੇ ਜਿਹੜੇ ਮੋਡਿਊਲ ਨੇ ਉਹਨਾਂ ਦੀ ਅਸੀਂ ਅੱਜ ਅੱਗੇ ਐਲੈਬੋਰੇਟ ਕਰਾਂਗੇ ਕਿ ਪਹਿਲਾਂ ਅਸੀਂ 2 ਟਾਈਪਸ ਡਿਸਕਸ ਕਰ ਚੁੱਕੇ ਹਾਂ, ਜਿਹਦੇ ਵਿੱਚ ਸੀਗਾ ਅਰਲੀ ਚਾਈਲਡਹੁੱਡ ਕੇਅਰ ਸੈਂਟਰ ਜਿਹੜੇ ਹੈ ਉਹਨਾਂ ਦੀ ਗੱਲ ਕਰਨੀ ਸੀ ਔਰ ਫਿਰ ਅਸੀਂ ਆਲ ਅਲਟਰਨੇਟਿਵ ਇਨਕਲੂਸਿਵ ਐਜੂਕੇਸ਼ਨ ਦੀ ਗੱਲ ਕਰਨੀ ਸੀ, ਫਿਰ ਅਸੀਂ ਐਜੂਕੇਸ਼ਨ ਗਰੰਟੀ ਸੈਂਟਰ ਦੀ ਗੱਲ ਕੀਤੀ। 3 ਤਰ੍ਹਾਂ ਦੇ ਸੈਂਟਰ ਅਸੀਂ ਡਿਸਕਸ ਕਰ ਚੁੱਕੇ ਹਾਂ। ਤਾਂ ਹੁਣ ਅਸੀਂ ਚੌਥੀ ਜਿਹੜੀ ਗੱਲ ਕਰਨੀ ਹੈ ਦੈਟ ਇਜ਼ HTR ਮੀਨ ਹਾਰਡ ਟੂ ਰੀਚ ਐਜੂਕੇਸ਼ਨ ਪ੍ਰੋਗਰਾਮ ਜਿਹੜਾ ਐਸਐਸਏ ਦਾ ਹੈ। ਇਹਦੇ ਥਰੂ ਅਸੀਂ ਫੋਕਸ ਕਰਨਾ ਚਾਹੁੰਦੇ ਹਾਂ ਜਿਹੜੇ ਡਿਪਰਾਈਵਡ ਨੇ। ਅਸੀਂ ਕੱਲ੍ਹ ਵੀ ਕਹਿ ਰਹੇ ਸੀ ਕਿ ਚਿਲਡਰਨ ਵਿਦ ਸਪੈਸ਼ਲ ਨੀਡਸ, ਦੇ ਆਰ ਨਾਟ ਦੈਟ ਫਿਜ਼ੀਕਲੀ ਹੈਂਡੀਕੈਪਡ, these children belongs to that particular strata who are deprived due to economic reason, due to their socio-economic status। ਤਾਂ ਅਸੀਂ ਇੱਥੇ ਉਹਨਾਂ ਨੂੰ ਹੀ ਫੋਕਸ ਕਰਨ ਦੀ ਗੱਲ ਕਰ ਰਹੇ ਹੈਗੇ ਹਾਂ, ਜਿਹਦੇ ਵਿੱਚ ਅਸੀਂ ਕਿਹਾ ਕਿ ਫੋਕਸ ਔਨ ਦਾ ਐਜੂਕੇਸ਼ਨ ਨੀਡਸ ਆਫ ਦਾ ਡਿਪਰਾਈਵਡ ਅਰਬਨ ਚਿਲਡਰਨਸ। ਉਹ ਜਿਹੜੇ ਹਟਸ 'ਚ ਰਹਿੰਦੇ ਆ, ਉਹ ਜਿਹੜੇ ਸਲਮ 'ਚ ਰਹਿੰਦੇ ਆ, ਉਹਨਾਂ ਬੱਚਿਆਂ ਤੱਕ ਅਸੀਂ ਕਿਵੇਂ ਅਪਰੋਚ ਕਰ ਸਕਦੇ ਹਾਂ, ਉਹਨਾਂ ਨੂੰ ਕਿਵੇਂ ਜਿਹੜਾ ਹੈ ਟਰੈਪ ਕੀਤਾ ਜਾ ਸਕਦਾ ਹੈ। ਔਰ ਅਰਬਨ ਏਰੀਆ ਦੇ ਵਿੱਚ ਉਹ ਬੱਚੇ ਜਿਹੜੇ ਆਊਟ ਆਫ ਸਕੂਲ ਹੈ, ਤੁਸੀਂ ਇੱਕ ਚੀਜ਼ ਨੂੰ ਰਿਅਲਾਈਜ਼ ਕਰੋਗੇ ਕਿ ਜਿੰਨੇ ਟਕ ਸ਼ਾਪ ਦੇ ਉੱਪਰ ਜਾਂ ਜਿੰਨੇ ਢਾਬਾ ਹੈਗੇ ਆ ਜਾਂ ਜਿਹੜੀਆਂ ਸ਼ਾਪਸ ਨੇ ਉਹਨਾਂ 'ਤੇ ਔਡ ਜੋਬ ਕਰਨ ਵਾਲੇ ਬੱਚੇ ਆ, ਉਹ ਸਾਰੇ ਅਰਬਨ ਏਰੀਆ 'ਚ ਹੀ ਔਡ ਜੋਬ ਕਰਦੇ ਆ। ਰੂਰਲ ਏਰੀਆ 'ਚ ਇਸ ਤਰ੍ਹਾਂ ਦੀ ਇੰਪਲਾਇਮੈਂਟ ਪੋਸੀਬਲ ਨਹੀਂ ਹੈ ਕਿਉਂਕਿ ਉੱਥੇ ਐਵੇਨਿਊ ਵੀ ਹੈ ਨਹੀਂ ਔਰ ਲੋਕ ਥੋੜ੍ਹਾ ਸੈਂਸਿਟਿਵ ਵੀ ਨੇ ਔਰ ਉੱਥੇ ਇਸ ਤਰ੍ਹਾਂ ਦੀ ਕੋਈ ਬਹੁਤ ਵੱਡੀ ਸਮੱਸਿਆ ਨਹੀਂ ਹੈ ਕਿ ਚਾਈਲਡ ਲੇਬਰ ਹੋ ਰਹੀ ਹੈ। ਚਾਈਲਡ ਲੇਬਰ ਹੋ ਰਹੀ ਹੈ ਅਰਬਨ ਏਰੀਆਜ਼ ਦੇ ਵਿੱਚ। ਕਿਉਂ ਹੋ ਰਹੀ ਹੈ? ਕਿਉਂਕਿ ਅਰਬਨ ਏਰੀਆ ਦਾ ਆਊਟਸਕਰਟ ਜਿਹੜਾ ਹੋਇਆ ਕਰਦਾ ਹੈ ਉਹ ਸਲਮ ਹੋਇਆ ਕਰਦਾ ਹੈ, ਜਾਂ ਜਿਹੜੇ ਅੱਜ ਕੱਲ੍ਹ ਤਾਂ ਆ ਜਿਹੜੇ ਓਵਰਬ੍ਰਿਜ ਬਣ ਰਹੇ ਆ ਇਹਨਾਂ ਦੇ ਥੱਲੇ ਜਿਹੜੇ ਸਲਮਸ ਜਿਹੜੇ ਨੇ ਉਹ ਤੁਹਾਨੂੰ ਮਿਲ ਜਾਣਗੇ। ਤਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਉਹ ਜਿਹੜੇ ਸਟਰੀਟਸ 'ਚ ਰਹਿ ਰਹੇ ਨੇ, ਉਹ ਜਾਂ ਪਬਲਿਕ ਵਾਕ ਜਿੱਥੇ ਹੋ ਰਿਹਾ, ਮੰਨ ਲਓ ਬੱਸਾਂ ਆਪਣੀਆਂ ਸੜਕਾਂ ਬਣ ਰਹੀਆਂ ਹੈਗੀਆਂ, ਕਿਤੇ ਸੀਵੇਜ ਦਾ ਕੰਮ ਹੋ ਰਿਹਾ ਹੈ ਔਰ ਇਸ ਤਰ੍ਹਾਂ ਨਾਲ ਉਹ ਜਿਹੜੇ ਪੇਰੈਂਟਸ ਨੇ ਉਹ ਮੈਨੂਅਲ ਜੋਬ 'ਚ ਜਾਂਦੇ ਆ ਔਰ ਦੇ ਆਰ ਨਾਟ ਏਬਲ ਟੂ ਟੇਕ ਕੇਅਰ ਅਬਾਊਟ ਦਾ ਸਮਾਲ ਚਿਲਡਰਨ। ਜੇ ਇੱਕ ਬੱਚਾ ਹੈ ਕਿ ਮਤਲਬ ਮੰਨ ਲਓ ਲੜਕੀ 5 ਸਾਲ ਦੀ ਹੈ ਅਤੇ ਇੱਕ ਉਹਦਾ ਬ੍ਰਦਰ ਜਾਂ ਸਿਸਟਰ ਕੋਈ ਹੋਰ ਹੈ ਜਿਹੜਾ 2-1.5 ਸਾਲ ਦਾ ਹੈ, ਹੁਣ ਉਹਨਾਂ ਕੋਲ ਨਾ ਤਾਂ ਇਹ ਕਪੈਸਿਟੀ ਹੈ ਕਿ ਉਹ ਆਪਣੀ ਜਿਹੜੀ ਦਿਹਾੜੀ ਛੱਡ ਕੇ ਘਰ ਰਹਿਣ ਅਤੇ ਉਹ ਬੱਚੇ ਦੀ ਟੇਕ ਕੇਅਰ ਕਰਨ, ਨਾ ਹੀ ਉਹਨਾਂ ਕੋਲ ਇੰਨੀ ਇਕਨੋਮਿਕ ਕਪੈਸਿਟੀ ਹੈ ਕਿ ਉਹ ਬੱਚੇ ਨੂੰ ਜਿਹੜਾ ਹੈ ਕਿਸੇ ਕਰੈਚ ਦੇ ਵਿੱਚ, ਕਿਸੇ ਪਲੇਵੇ ਦੇ ਵਿੱਚ ਜਿਹੜਾ ਹੈ ਡਰੋਪ ਕਰ ਦੇਣ ਔਰ ਸ਼ਾਮ ਨੂੰ ਉੱਥੋਂ ਉਸ ਨੂੰ ਲੈ ਲੈਣਾ, ਕਿਉਂਕਿ ਇਟ ਵਿਲ ਕੋਸਟ। ਪਰ ਉਹ ਫਿਰ ਕੀ ਹੈ ਕਿ ਜਿਹੜਾ ਵੱਡਾ ਸਿਬਲਿੰਗ ਹੈ, ਜਿਹੜਾ ਐਲਡਰ ਹੈ, ਉਹੀ ਉਸ ਛੋਟੇ ਬੱਚੇ ਨੂੰ ਟੇਕ ਕੇਅਰ ਕਰੇਗਾ ਔਰ ਉਹੀ ਉਸ ਦੀ ਕੇਅਰਿੰਗ ਕਰੇਗਾ, ਉਹੀ ਜਿਹੜਾ ਹੈ ਡੋਮੈਸਟਿਕ ਕੋਰਸ ਜਿਹੜੇ ਨੇ ਉਹ ਵਰਕ ਕਰੇਗਾ। ਔਰ ਇਸ ਤਰ੍ਹਾਂ ਦੀ ਕੈਟਾਗਰੀ ਦਾ ਬੱਚਾ ਜਿਹੜਾ ਹੈ, ਇੱਕ ਤਾਂ ਇਸ ਰੀਜ਼ਨ ਕਾਰਨ ਕਿ ਉਸ ਨੂੰ ਆਪਣੇ ਸਿਬਲਿੰਗ ਨੂੰ ਨਰਚਰ ਕਰਨਾ ਹੈ, ਉਸ ਨੂੰ ਟੇਕ ਕੇਅਰ ਕਰਨਾ ਹੈ, ਇਸ ਕਾਰਨ ਉਹ ਸਕੂਲ ਅਟੈਂਡ ਨਹੀਂ ਕਰਦਾ। ਦੂਸਰਾ, ਜਦੋਂ ਬਹੁਤ ਹਾਰਡਕੋਰ ਬਿਲੋ ਪਾਵਰਟੀ ਲਾਈਨ ਸਟਾਰਟ ਆ ਜਾਂਦਾ ਤਾਂ ਉਹ ਬੱਚਾ ਜਿਹੜਾ ਹੈ ਅਰਨਿੰਗ ਹੈਂਡ ਹੈ ਔਰ ਜੇਕਰ ਉਹ 5 ਸਾਲ ਦਾ ਹੋ ਗਿਆ ਤਾਂ ਜਿਹੜੀ ਲੜਕੀ ਹੈ ਉਹ ਘਰਾਂ 'ਚ ਮੋਪਿੰਗ ਦਾ ਕੰਮ ਕਰਨ ਜਾਏਗੀ, ਜਿਹੜਾ ਲੜਕਾ ਹੈ ਉਹ ਢਾਬੇ ਦੇ ਉੱਪਰ ਜਿਹੜਾ ਹੈ ਡਿਸ਼ਵਾਸ਼ ਦਾ ਕੰਮ ਕਰੇਗਾ ਜਾਂ ਕੋਈ ਹੋਰ ਟੇਬਲ ਜਿਹੜਾ ਹੈ ਜਾਂ ਜਿਹਨੂੰ ਆਪਾਂ ਕਹਿੰਦੇ ਵੇਟਰ ਦਾ ਕੰਮ ਕਰੇਗਾ। ਤਾਂ ਅਸੀਂ ਦੇਖਦੇ ਹਾਂ ਕਿ ਉਹ ਬੱਚਾ ਆਊਟ ਆਫ ਸਕੂਲ ਹੈ। ਅਸੀਂ ਉਸ ਤਰ੍ਹਾਂ ਦੇ ਬੱਚੇ ਨੂੰ ਕਿਵੇਂ ਸਕੂਲ ਲੈ ਕੇ ਆਈਏ? ਤੁਸੀਂ ਦੱਸ ਸਕਦੇ ਹੋ ਕਿਵੇਂ, ਕੀ ਪੋਸੀਬਿਲਿਟੀ ਹੋ ਸਕਦੀ ਹੈ ਕਿ ਇਸ ਟਾਈਪ ਦਾ ਕੈਟਾਗਰੀ ਦਾ ਬੱਚਾ ਜਿਹੜਾ ਹੈ ਉਸ ਨੂੰ स्कूल 'ਚ ਕਿਵੇਂ ਲਿਆਂਦਾ ਜਾ ਸਕਦਾ? सर स्टार्टिंग में तो जैसे अगर हम ऐसे कोई बच्चे देखते हैं तो हम उनके पेरेंट्स को बोल सकते हैं कि हम उन्हें समझा सकते हैं कि ये करना सही नहीं है और ये बच्चों को पढ़ाने की एज है कि पेरेंट्स को नॉलेज दें हम। ਨੌਲੇਜ ਸਭ ਨੂੰ ਹੁੰਦੀ ਹੈ, ਨੌਲੇਜ ਦਾ ਮਸਲਾ ਨਹੀਂ ਹੈ, ਮਸਲਾ ਹੈ ਇਕੋਨਮੀ ਦਾ, ਮਸਲਾ ਹੈ ਉਹਨਾਂ ਦੇ ਫੈਮਿਲੀ ਜਿਹੜਾ ਹੈ ਪੈਟਰਨ ਦਾ ਕਿ ਦੋਨੋਂ ਪੇਰੈਂਟਸ ਜੇ ਦਿਹਾੜੀ 'ਤੇ ਨਹੀਂ ਜਾਂਦੇ। ਹੈਲੋ हाँ जी सर। ਜੇ ਦੋਨੋਂ ਪੇਰੈਂਟਸ ਦਿਹਾੜੀ 'ਤੇ ਨਹੀਂ ਜਾਂਦੇ, देयर विल बी नो पॉसिबिलिटी ऑफ देयर सर्वाइवल।
ਤਾਂ ਇੱਕ ਤਾਂ ਉਹ ਪੇਰੈਂਟਸ ਜਿਹੜੇ ਨੇ ਉਹਨਾਂ ਨੂੰ ਮੈਨੂਅਲ ਲੇਬਰ ਤੇ ਜਾਣਾ ਹੈ, ਕਿਉਂਕਿ ਉਹ 200 ਰੁਪਈਆ ਕਮਾ ਕੇ ਲੈ ਕੇ ਆਉਣਗੇ ਤਾਂ ਜਿਹੜਾ ਹੈ 3 ਟਾਈਮ ਮੀਲ ਜਿਹੜਾ ਹੈ ਉਹ ਹੋਏਗਾ। ਦੇ ਆਰ ਹੈਂਡ ਟੂ ਮਾਊਥ। ਇੱਕ ਤਾਂ ਇਹ ਸਮੱਸਿਆ ਹੈ। ਅਗਲੀ ਸਮੱਸਿਆ ਇਹ ਹੈ ਕਿ ਉਹ ਜਿਹੜਾ ਬੱਚਾ ਹੈ, ਕਿਉਂਕਿ ਉਹ ਰਹਿ ਹੀ ਕਿੱਥੇ ਰਹੇ ਹੈ, ਜਾਂ ਤਾਂ ਰੋਡ ਸਾਈਡ ਰਹਿ ਰਿਹਾ, ਜਾਂ ਰੇਲਵੇ ਟਰੈਕ ਤੇ ਰਹਿ ਰਿਹਾ, ਜਾਂ ਸਟਰੀਟ 'ਚ ਰਹਿ ਰਿਹਾ, ਜਾਂ ਸਲਮ 'ਚ ਰਹਿ ਰਿਹਾ, ਜਿੱਥੇ ਉਹਨਾਂ ਕੋਲ ਕੋਈ ਪਰਮਾਨੈਂਟ ਰੈਜ਼ੀਡੈਂਸ ਜਾਂ ਕੋਈ ਇੱਕ ਸਪੈਸੀਫਿਕ ਏਰੀਆ ਨਹੀਂ ਹੈ, ਔਰ ਉਹ ਟ੍ਰੈਫਿਕ ਦੇ ਵਿੱਚ ਰਹਿ ਰਹੇ ਆ। ਅਤੇ ਜਿਹੜਾ ਬੱਚਾ 1 ਸਾਲ ਦਾ 1.5 ਸਾਲ ਦਾ ਹਾਲੇ ਕਰੋਲ ਕਰ ਰਿਹਾ ਹੈਗਾ, ਉਹ ਬੱਚੇ ਨੂੰ ਟੇਕ ਕੇਅਰ ਕਰਨ ਦੇ ਲਈ ਇੱਕ ਪਰਸਨ ਦਾ ਉੱਥੇ ਰੁਕਣਾ ਉਸ ਨਾਲ ਜ਼ਰੂਰੀ ਹੈ। ਅਤੇ ਉਹ ਜਿਹੜਾ 3 ਸਾਲ ਦਾ ਬੱਚਾ ਹੈ ਉਹ 1.5 ਸਾਲ ਦੇ ਬੱਚੇ ਦੀ ਟੇਕ ਕੇਅਰ ਕਰ ਰਿਹਾ। ਇਸ ਕਾਰਨ ਹੈ। ਤਾਂ ਇਸ ਸਮੱਸਿਆ ਨਾਲ ਕਿਵੇਂ ਡੀਲ ਕੀਤਾ ਜਾਵੇ? ਸਰ, ਬੱਚਿਆਂ ਨੂੰ ਸਕੋਲਰਸ਼ਿਪ ਦਿੱਤੀ ਜਾ ਸਕਦੀ ਹੈ ਉਹਨਾਂ ਦੇ ਪੇਰੈਂਟਸ ਨੂੰ? ਸਕਾਲਰਸ਼ਿਪ ਦਿੱਤੀ ਜਾ ਸਕਦੀ ਹੈ, ਪਰ ਅਗਲੀ ਸਮੱਸਿਆ ਤਾਂ ਹੈ ਨਾ, ਜਿਹੜਾ ਸਿਬਲਿੰਗ ਹੈ ਉਹਦੀ ਟੇਕ ਕੇਅਰ ਕੌਣ ਕਰੇਗਾ? ਤਾਂ ਇੱਥੇ ਗਵਰਨਮੈਂਟ ਨੇ SSA 'ਚ ਇੱਕ ਵਿਜ਼ੂਅਲਾਈਜ਼ ਕੀਤਾ ਕਿ SSA 'ਚ ਅਸੀਂ ਇਹ ਕਰੀਏ ਕਿ ਜਿਹੜਾ ਇਸ ਤਰ੍ਹਾਂ ਦਾ ਹਾਰਡ ਟੂ ਰੀਚ ਬੱਚਾ ਹੈ, ਜਿਹਨੂੰ ਇਕਨੋਮਿਕ ਇਨਸੈਂਟਿਵ ਦੇ ਕੇ ਵੀ, ਜਿਹਨੂੰ ਫ੍ਰੀ ਸ਼ਿਪ ਦੇ ਕੇ ਵੀ, ਜਿਹਨੂੰ ਹੋਰ ਕਿਸੇ ਤਰ੍ਹਾਂ ਦਾ ਜਿਹੜਾ ਹੈ ਬੈਨੀਫਿਟ ਦੇ ਕੇ ਵੀ ਸਕੂਲ ਆਉਣਾ ਜਿਹਦਾ ਪੋਸੀਬਲ ਹੀ ਨਹੀਂ ਡਿਊ ਟੂ ਦੀਜ਼ ਡਿਫੀਕਲਟ ਟਾਈਪ ਆਫ ਜਿਹੜੇ ਹੈ ਰੀਜ਼ਨ, ਤਾਂ ਉਹਨਾਂ ਨੇ ਕਿਹਾ ਇਹ ਹਾਰਡ ਟੂ ਰੀਚ ਗਰੁੱਪ ਹੈ। ਹਾਰਡ ਟੂ ਰੀਚ ਮਤਲਬ ਵੀ ਕਾਂਟ ਟਰੈਪ ਦੈਮ, ਵੀ ਕਾਂਟ ਰੀਚ ਟੂ those type of children who are out of school due to family reasons। ਇੱਥੇ ਇਕੋਨਮੀ ਦਾ ਮਸਲਾ, ਇੱਥੇ ਫੈਮਿਲੀ ਦੀ ਸੈਟਅਪ ਦਾ ਮਸਲਾ ਹੈ। ਤਾਂ ਉਹਨਾਂ ਨੇ ਕਿਹਾ ਇਹਨਾਂ ਵਾਸਤੇ ਸਾਨੂੰ ਅਲਟਰਨੇਟ ਸਕੂਲਿੰਗ ਕਰਨੀ ਪਏਗੀ। ਤਾਂ ਅਲਟਰਨੇਟ ਸਕੂਲਿੰਗ ਦੇ ਵਿੱਚ ਜਿਹੜਾ ਹੁਣੇ ਆਪਾਂ ਪਹਿਲਾਂ ਗੱਲ ਕਰਦੇ ਸੀ, ਅਲਟਰਨੇਟ ਸਕੂਲਿੰਗ ਦਾ ਮਤਲਬ ਹੈ ਕਿ ਬੱਚਾ ਜਦੋਂ ਪੇਰੈਂਟਸ ਅਵੇਲੇਬਲ ਨੇ ਘਰ 'ਚ, ਮੰਨ ਲਓ 5 ਵਜੇ ਪੇਰੈਂਟਸ ਆ ਜਾਂਦੇ ਆ ਡਿਊਟੀ ਕਰਕੇ, ਆਪਣੀ ਦਿਹਾੜੀ ਦਾ ਕੰਮ ਕੰਪਲੀਟ ਕਰਕੇ, ਅਤੇ 5 ਵਜੇ ਇੱਕ ਟੀਚਰ ਉਸ ਸਲਮ 'ਚ ਚਲੇ ਜਾਵੇ ਜਿੰਨੇ ਝੁੱਗੀ 'ਚ ਬੱਚੇ ਹੈਗੇ ਆ ਜਿਹੜੇ ਸਕੂਲ ਏਜ ਦੇ ਆ 3 ਸਾਲ ਤੋਂ ਜ਼ਿਆਦਾ, ਉਹ ਉਹਨਾਂ ਨੂੰ ਬਿਠਾ ਕੇ ਫੰਕਸ਼ਨਲ ਲਿਟਰੇਸੀ ਦੇਵੇ। ਤਾਂ ਹਾਰਡ ਟੂ ਰੀਚ ਲਈ ਇਸ ਤਰ੍ਹਾਂ ਦਾ ਕੰਮ ਕਰਨ ਦੀ ਗੱਲ ਅਰਬਨ ਏਰੀਆ ਦੇ ਵਿੱਚ। ਔਰ ਤੁਸੀਂ ਦੇਖਿਆ ਹੋਏਗਾ, ਸ਼ਾਇਦ ਤੁਸੀਂ ਕਦੇ ਵਿਟਨੈਸ ਕੀਤਾ ਪਿਛਲੇ 5-7 ਸਾਲਾਂ 'ਚ ਕਿ ਕਿਸੇ ਕਦੇ ਨਿਕਲਦੇ ਜਾ ਰਹੇ ਹੋ ਅਤੇ ਬ੍ਰਿਜ ਦੇ ਥੱਲੇ ਇੱਕ ਮੈਡਮ ਇੱਕ ਬੋਰਡ, ਵਾਈਟ ਬੋਰਡ ਜਾਂ ਬਲੈਕ ਬੋਰਡ ਰੱਖ ਕੇ 5-7 ਬੱਚੇ ਕੁਰਸੀਆਂ ਦੇ ਆਲੇ ਦੁਆਲੇ ਬਿਠਾ ਕੇ ਪੜ੍ਹਾ ਰਹੀ ਹੋਵੇ, ਜਾਂ ਕਦੇ ਰਿਪੋਰਟਿੰਗ ਦੇਖੀ ਹੋਵੇ TV 'ਤੇ ਇਸ ਤਰ੍ਹਾਂ ਹੁੰਦੀ? सर ये वाला सर ये चीज ना उसमें दिखाई थी मूवी में। हाँ, ऐसे दिखाया था उन्होंने। दिस इज अ हार्ड रियलिटी ऑफ, मतलब ਇਹ ਤਾਂ ਲਾਈਫ ਦਾ ਹਿੱਸਾ ਹੈ। ਔਰ ਬਹੁਤ ਜਗ੍ਹਾ ਤੇ ਇੱਕ ਨਾ ਸਾਡੇ ਇੱਥੇ ਲੁਧਿਆਣਾ 'ਚ ਇੱਕ ਪ੍ਰਥਮ ਹੈ ਸੰਸਥਾ, ਪ੍ਰਥਮ ਇਹੀ ਕੰਮ ਕਰਦੀ ਰਹੀ। ਪ੍ਰਥਮ ਨੇ ਪਹਿਲਾਂ ਇਹੀ ਕੰਮ ਕੀਤੇ ਕਿ ਜਿੱਥੇ ਸਲਮ ਹੈ ਉੱਥੇ ਇੱਕ ਟੀਚਰ ਅਪਾਇੰਟ ਕਰ ਦਿੱਤਾ, ਉਹ ਔਡ ਟਾਈਮ ਦੇ ਵਿੱਚ ਜਾ ਕੇ ਅਲਟਰਨੇਟਿਵ ਐਜੂਕੇਸ਼ਨ ਦਿੰਦਾ ਹੈ। ਐਵੇਂ ਹੀ ਉਹਨਾਂ ਨੇ ਕਿਹਾ ਬ੍ਰਿਕ ਲੇਨ, ਜਿੱਥੇ ਪੱਠੇ ਨੇ, ਜਿੱਥੇ ਇੱਟਾਂ ਬਣਦੀਆਂ, ਉਹਨਾਂ ਦੇ ਵਿੱਚ ਲੇਬਰ ਜਿਹੜੀ ਹੁੰਦੀ ਹੈ ਉਹ ਲੇਬਰ ਇੱਕ ਤਾਂ ਮਾਈਗ੍ਰੇਟਡ ਲੇਬਰ ਹੁੰਦੀ ਹੈ, ਇੱਕ ਉਹ ਕਿਤੇ ਜਾ ਨਹੀਂ ਸਕਦੇ ਛੱਡ ਕੇ, ਉਹਨਾਂ ਨੂੰ ਪੱਠੇ ਤੇ ਹੀ ਕੰਮ ਕਰਨਾ। ਔਰ ਪੱਠਾ ਹਮੇਸ਼ਾ ਹੀ ਸ਼ਹਿਰ ਤੋਂ ਰੈਜ਼ੀਡੈਂਸ਼ੀਅਲ ਏਰੀਆ ਤੋਂ ਬਹੁਤ ਬਾਹਰ ਲਗਾਇਆ ਜਾਂਦਾ, ਕਿਉਂਕਿ ਉਹ ਪੋਲਿਊਸ਼ਨ ਬਹੁਤ ਕਰਦਾ। ਉਹਦੇ ਵਿੱਚ ਕੋਲੇ ਦੇ ਨਾਲ ਇੱਟ ਨੂੰ ਜਿਹੜਾ ਹੈ ਗਰਮ ਕਰਕੇ ਪਕਾਇਆ ਜਾਂਦਾ, ਤਾਂ ਉਹ ਜਿਹੜਾ ਹੈ ਕੋਲੇ ਥਰਮਲ ਜਦੋਂ ਐਸ਼ ਆਉਂਦੀ ਹੈ ਉਹ ਤੁਹਾਡੀ ਰੈਜ਼ੀਡੈਂਸ਼ੀਅਲ ਏਰੀਆ 'ਚ ਪੋਸੀਬਲ ਹੀ ਨਹੀਂ, ਲੋਕ ਉੱਥੇ ਰਹਿ ਨਹੀਂ ਸਕਦੇ। ਤਾਂ ਉਹ ਰਹਿ ਰਹੇ ਆ ਬਿਲਕੁਲ ਆਈਸੋਲੇਟਡ ਜਗ੍ਹਾ ਦੇ ਉੱਪਰ ਪੇਰੈਂਟਸ, ਔਰ ਦਿਨ ਰਾਤ ਉੱਥੇ ਕੰਮ ਕਰਦੇ ਆ। ਤਾਂ ਉਹਨਾਂ ਵਾਸਤੇ ਫਿਰ ਕਿਹਾ ਗਿਆ ਕਿ ਜਿੱਥੇ ਵੀ ਭੱਠਾ ਹੋਏਗਾ ਉੱਥੇ ਹਰ ਮਤਲਬ ਹਫ਼ਤੇ 'ਚ 2 ਦਿਨ ਟੀਚਰ ਜਾਏਗਾ, ਫੰਕਸ਼ਨਲ ਲਿਟਰੇਸੀ ਦੇਗਾ। ਉਹ ਵੀ ਹਾਰਡ ਟੂ ਰੀਚ ਸਟੂਡੈਂਟ ਹੈ, ਉਹ ਨਹੀਂ ਆ ਸਕਦਾ। ਅਗਲੀ ਗੱਲ ਕੀਤੀ ਹੈ ਇੰਟੀਗ੍ਰੇਟਿਡ ਐਜੂਕੇਸ਼ਨ ਫਾਰ ਡਿਸੇਬਲਡ। ਇੱਥੇ ਹੁਣ ਹੈਂਡੀਕੈਪ ਦੀ ਗੱਲ ਹੈ। ਇੱਥੇ ਜ਼ੀਰੋ ਪ੍ਰੋਟੈਕਸ਼ਨ ਪਾਲਿਸੀ ਲੈ ਕੇ ਆਂਦੀ ਗਈ ਹੈ। ਇਹਦੇ ਵਿੱਚ ਕੀ ਕਿਹਾ ਗਿਆ ਕਿ ਨੋ ਚਾਈਲਡ ਆਫ ਦ ਸਟੇਟ ਵਿਲ ਬੀ ਲੈਫਟ ਆਊਟ ਫਰੋਮ ਦ ਸਕੂਲ ਫੈਸਿਲਿਟੀ ਇਰਰਿਸਪੈਕਟ ਆਫ ਕਾਸਟ, ਕ੍ਰੀਡ, ਰਿਲੀਜਨ, ਸੈਕਸ ਐਂਡ ਡਿਸੇਬਿਲਿਟੀ। ਤਾਂ ਅਸੀਂ ਕਿਹਾ ਕਿ ਬੱਚਾ ਜਿਹੜਾ ਹੈ ਕਦੇ ਵੀ ਉਸ ਤੋਂ ਬਾਹਰ ਸਕੂਲ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ। ਇਸ ਲਈ ਅਸੀਂ ਫੋਕਸ ਕਰ ਰਹੇ ਹਾਂ। ਉਹ ਕਹਿੰਦੇ ਫੋਕਸ ਕੀ ਹੈ, ਸਪੈਸ਼ਲ ਨੀਡ ਚਿਲਡਰਨ ਜਿਹੜੇ ਆ ਹੂ ਆਰ ਸਫਰਿੰਗ ਵਿਦ ਫਿਜ਼ੀਕਲ ਐਂਡ ਮੈਂਟਲ ਡਿਸੇਬਿਲਿਟੀਜ਼, ਵੀ ਹੈਵ ਟੂ ਟਰੈਪ ਦੈਮ, ਵੀ ਹੈਵ ਟੂ ਡਿਵੈਲਪ ਸਮ ਸਪੈਸੀਫਿਕ ਸਕੀਮ through which we could teach them, we could bring them back to the mainstream with normal children। ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਬੱਚਿਆਂ ਨਾਲ ਲੈ ਕੇ ਆ ਸਕਦੇ ਹਾਂ? ਤਾਂ ਉਹਨਾਂ ਨੇ ਕਿਹਾ ਕਿ ਸਾਰੇ ਹੀ ਜਿਹੜੇ ਹੈਂਡੀਕੈਪ ਹੁੰਦੇ ਆ ਨਾ, ਉਹਨਾਂ ਵਾਸਤੇ ਸਪੈਸ਼ਲ ਸਕੂਲ ਬਣਾਉਣ ਦੀ ਲੋੜ ਨਹੀਂ ਹੁੰਦੀ। ਸਪੈਸ਼ਲ ਸਕੂਲ ਸਿਰਫ ਬਣਾਉਣੇ ਹੁੰਦੇ ਆ ਡੈਫ ਲਈ, ਡੰਮ ਲਈ ਔਰ ਬਲਾਈਂਡ ਲਈ। ਆਮ ਤੌਰ ਤੇ ਡੰਮ ਲਈ ਵੀ ਨਹੀਂ ਬਣਾਉਣੇ ਹੁੰਦੇ। ਕੁਝ ਹੋਰ ਤਰ੍ਹਾਂ ਦੀਆਂ ਫਿਜ਼ੀਕਲ ਡਿਸੇਬਿਲਿਟੀਜ਼ ਹੁੰਦੀਆਂ, ਜਿਵੇਂ ਵਿਜ਼ੂਅਲ ਇੰਪੇਅਰਡ ਹੈ, ਮੰਨ ਲਓ ਕਿ 60% ਇੰਪੇਅਰਡ ਹੈ, ਦਿਖਦਾ ਹੈ ਪਰ ਸਪੈਕਸ ਦੇ ਨਾਲ ਦਿਖਦਾ, ਔਰ 6 ਨੰਬਰ ਸਪੈਕਸ ਦੇ ਨਾਲ ਦੇਖ ਸਕਦਾ ਹੈ। ਜਾਂ ਜੇ ਉਹ ਬਿਲਕੁਲ ਫਸਟ ਰੋ 'ਚ ਬੈਠੇ ਤਾਂ
ਅਸੀਂ ਉਹ ਵਿਜ਼ੂਅਲ ਇੰਪੇਅਰਡ ਵਾਸਤੇ ਕੁਝ ਨਹੀਂ ਕਰਨਾ, ਅਸੀਂ ਇਹਨਾਂ ਚੇਂਜ ਕਰਨਾ ਹੈ ਕਿ ਇੱਕ ਤਾਂ ਅਸੀਂ ਉਹਦੇ ਲਈ ਆਈ ਟੈਸਟਿੰਗ ਤੋਂ ਬਾਅਦ ਸਪੈਕਸ ਜਿਹੜੀਆਂ ਨੇ ਉਹ ਅਸੀਂ ਫ੍ਰੀ ਆਫ ਕਾਸਟ ਉਸ ਨੂੰ ਪ੍ਰੋਵਾਈਡ ਕਰਵਾਉਣੀ ਹੈ ਗਵਰਨਮੈਂਟ ਹਸਪੀਟਲ 'ਚ। ਦੂਸਰਾ ਕਰਨਾ ਕਿ ਉਸ ਨੂੰ ਫਸਟ ਰੋ 'ਚ ਬੈਠਣ ਲਈ ਪ੍ਰੋਵੀਜ਼ਨ ਕਰ ਦੇਣੀ ਹੈ। ਫਸਟ ਰੋ 'ਚ ਅਸੀਂ ਉਸ ਨੂੰ ਬਿਠਾਵਾਂਗੇ ਜਿਹੜਾ ਵਿਜ਼ੂਅਲੀ ਇੰਪੇਅਰਡ ਹੈ, ਤਾਂ ਉਹਦਾ ਕੰਮ ਜਿਹੜਾ ਹੈ ਉਹ ਨਾਰਮਲ ਕਲਾਸਰੂਮ 'ਚੋਂ ਪੜ੍ਹ ਸਕੇਗਾ, ਉਹ ਅਸੀਂ ਉਸ ਨੂੰ ਐਡਜਸਟ ਕਰ ਸਕਦੇ ਹਾਂ ਵਿਦ ਮੇਨ ਸਟਰੀਮ। ਅਗਲੀ ਗੱਲ ਉਹ ਕਹਿੰਦੇ ਹੀਅਰਿੰਗ ਇੰਪੇਅਰਡ, ਡੈਫ ਨਹੀਂ ਹੈ, ਇੰਪੇਅਰਡ ਹੈ। ਡੈਫ ਹੋਏਗਾ ਤਾਂ ਟੋਟਲੀ ਮਤਲਬ ਉਹ ਬੋਲਾ ਹੋਏਗਾ, ਹੀ ਇਜ਼ ਨੋਟ ਡੋਂਟ ਹੈਵ ਐਨੀ ਕੈਪੈਸਿਟੀ ਟੂ ਲਿਸਨ ਐਨੀ ਵਰਡ। ਤਾਂ ਇੱਥੇ ਕੀ ਹੈ ਕਿ ਉਹ ਪਰਸਨ ਦੇ ਕੋਲ ਜੇਕਰ ਅਸੀਂ ਉਸ ਨੂੰ ਹੀਅਰਿੰਗ ਇਕਵਿਪਮੈਂਟ ਲੈ ਦਈਏ ਤਾਂ ਅਸੀਂ ਉਸ ਬੱਚੇ ਨੂੰ ਉਹਦੀ ਬਾਕੀ ਐਬਿਲਿਟੀ ਸਾਰੀਆਂ ਠੀਕ ਨੇ, ਉਹਦਾ ਆਈਕਿਊ ਲੈਵਲ ਠੀਕ ਹੈ, ਉਹਦਾ ਵਿਜ਼ਨ ਠੀਕ ਹੈ, ਉਹਦੀ ਸਪੋਕਨ ਠੀਕ ਹੈ, ਸਿਰਫ ਉਹ ਸੁਣ ਨਹੀਂ ਸਕਦਾ, ਤਾਂ ਅਸੀਂ ਉਹਨੂੰ ਸਿਰਫ ਇੱਕ ਗੈਜਟ ਪ੍ਰੋਵਾਈਡ ਕਰਵਾਉਣਾ ਹੈ, ਤਾਂ ਅਸੀਂ ਕਹਿੰਦੇ ਹਾਂ ਉਹਨੂੰ ਵੀ ਅਸੀਂ ਮੇਨ ਸਟਰੀਮ 'ਚ ਰੱਖ ਸਕਦੇ ਹਾਂ। ਮੇਰੀ ਗੱਲ ਸਮਝ ਰਹੇ ਹੋ ਕਿ ਨਹੀਂ ਸਮਝ ਰਹੇ? यस समझ रही हूँ। ਫਿਰ ਉਹ ਕਹਿੰਦੇ ਆ ਆਰਥੋਪੈਡਿਕ ਇੰਪੇਅਰਡ ਇਸ ਤਰ੍ਹਾਂ ਦੇ ਬੱਚੇ ਹੋਇਆ ਕਰਦੇ ਆ ਜਿਹੜੇ ਵਾਕਿੰਗ ਡਿਸੇਬਿਲਿਟੀ ਨਾਲ ਨੇ। ਮੰਨ ਲਓ ਪੋਲੀਓ ਹੋ ਗਿਆ, ਇੱਕ ਲੈਗ ਨੂੰ ਹੋ ਗਿਆ, ਬਾਕੀ ਫਿਜ਼ੀਕਲੀ ਫਿੱਟ ਹੈ ਉਹ ਬੱਚਾ, ਤਾਂ ਅਸੀਂ ਉਸ ਨੂੰ ਉਸ ਲਈ ਸਾਨੂੰ ਸਪੈਸ਼ਲ ਸਕੂਲ ਨਹੀਂ ਲੈ ਕੇ ਜਾਣਾ, ਸਿਰਫ ਉਸ ਨੂੰ ਅਸੀਂ ਮੋਟੀਵੇਟ ਕਰਨਾ ਹੈ ਔਰ ਅਸੀਂ ਇਸ ਤਰ੍ਹਾਂ ਦਾ এনवायरमेंट ਦਈਏ ਕਿ ਬਾਕੀ ਬੱਚੇ ਉਹਨਾਂ ਦੇ ਹੈਂਡੀਕੈਪ ਦਾ ਕਿਸੇ ਤਰ੍ਹਾਂ ਨਾਲ ਵੀ ਮਜ਼ਾਕ ਨਾ ਉਡਾਉਣ। ਜਿਵੇਂ ਤੁਸੀਂ ਉਹ ਦੇਖਿਆ ਤਾਰੇ ਜ਼ਮੀਨ ਪਰ, यस सर। ਉੱਥੇ ਕੀ ਸਮੱਸਿਆ यस ਹੈ? सर। ਬੱਚੇ ਦੀ ਕੀ ਸਮੱਸਿਆ ਹੈ? सर डिसलेक्सिया उसको। हाँ डिसलेक्सिया है। वगैरह सर उसको समझ वर्ड्स लिखने में प्रॉब्लम आती है। कम आती है। हाँ ਤੇ ਉਸ ਦੀ ਸਮੱਸਿਆ ਉਸ ਦੀ ਫਿਜ਼ੀਕਲ ਜ਼ਿਆਦਾ ਹੈ ਕਿ ਕਲਾਸਰੂਮ এনवायरमेंट ਤੇ ਜਿਹੜਾ ਹੈ ਐਜੂਕੇਸ਼ਨ ਸਿਸਟਮ ਹੈ ਉਹਦੀ ਸਮੱਸਿਆ ਜ਼ਿਆਦਾ? ਸਰ ਐਜੂਕੇਸ਼ਨ ਸਿਸਟਮ ਦੀ। सर एजुकेशन सिस्टम और एनवायरनमेंट। এনवायरमेंट ਦੀ ਜਿਹੜੀ ਪ੍ਰੋਬਲਮ ਹੈ ਉਹ ਵੱਡੀ ਹੈ ਕਿਉਂਕਿ ਨੋਬਡੀ ਇਜ਼ देयर ਇਨ ਪੋਜੀਸ਼ਨ ਟੂ ਅੰਡਰਸਟੈਂਡ ਹਿਜ਼ ਡਿਸੇਬਿਲਿਟੀ। ਉਹ ਕਿਵੇਂ ਕਿਸ ਤਰ੍ਹਾਂ ਦੀ ਪ੍ਰੋਬਲਮ ਨਾਲ ਹੈ। ਇੱਕ ਤਾਂ ਟੀਚਰ ਉਹ ਐਬਿਲਿਟੀ ਨਹੀਂ ਰੱਖਦਾ ਟੂ ਟਰੇਸ ਹੈ ਨਾ ਕਿ ਕਾਰਨ ਕੀ ਹੈ, ਕਿਉਂ ਉਹ ਬੱਚਾ ਜਿਹੜਾ ਹੈ ਅੱਛਾ ਪਰਫਾਰਮ ਨਹੀਂ ਕਰ ਰਿਹਾ। ਤੇ ਦੂਸਰਾ ਜਿਹੜਾ ਬੱਚਾ ਹੈ ਉਹਦੀ ਪ੍ਰੋਬਲਮ ਤਾਂ ਹੈ ਪਰ ਉਸ ਨਾਲੋਂ ਜ਼ਿਆਦਾ ਵੱਡੀ ਪ੍ਰੋਬਲਮ ਹੈ ਉਸਦੀ ਜਿਹੜਾ ਕੋਮੇਟਸ ਨੇ, ਉਹਦੇ ਸਕੂਲਮੇਟਸ ਉਸ ਨੂੰ ਨਹੀਂ ਸਮਝ ਪਾ ਰਹੇ, ਉਸਦਾ ਟੀਚਰ ਉਸ ਨੂੰ ਨਹੀਂ ਸਮਝ ਪਾ ਰਿਹਾ ਔਰ ਉਹ ਸਾਰੇ ਉਸ ਨੂੰ ਇਡੀਅਟ 'ਚ ਜਿਹੜਾ ਹੈ ਟਾਈਪ ਨਾਲ ਟਰੀਟ ਕਰਦੇ ਆ। ਪਰ ਇੱਕ ਟੀਚਰ ਆਉਂਦਾ ਉਹ ਜਿਹੜਾ ਉਸ ਨੂੰ ਅੰਡਰਸਟੈਂਡ ਕਰਦਾ ਹੈ ਤਾਂ ਉਸ ਤੋਂ ਬਾਅਦ ਉਸ ਦੀ ਜਿਹੜੀ ਸਿਚੁਏਸ਼ਨ ਹੈ ਬਦਲ ਜਾਂਦੀ ਹੈ। ਤਾਂ ਅਸੀਂ ਕਹਿੰਦੇ ਹਾਂ ਕਿ ਜਿਹੜਾ ਇੰਪੇਅਰਡ ਬੱਚਾ ਹੈ ਉਹਦੀ ਪ੍ਰੋਬਲਮ ਉਹਦੀ ਫਿਜ਼ੀਕਲ ਵੀਕਨੈਸ ਨਾਲੋਂ ਵੀ ਜ਼ਿਆਦਾ এনवायरमेंट ਦੇ ਵਿੱਚ ਉਹਦੀ ਅਸੈਪਟੇਬਿਲਿਟੀ ਦੀ ਹੁੰਦੀ ਹੈ। ਤਾਂ ਅਸੀਂ ਕਲਾਸਰੂਮ এনवायरमेंट ਇਸ ਤਰ੍ਹਾਂ ਦਾ ਦਈਏ ਕਿ ਜਿਹੜਾ ਫਿਜ਼ੀਕਲੀ ਇੰਪੇਅਰਡ ਬੱਚਾ ਹੈ ਅਸੀਂ ਉਹਦੇ ਬਾਰੇ 'ਚ ਇੱਕ ਅਸੈਪਟੇਬਲ এনवायरमेंट ਦਈਏ ਤਾਂ ਕਿ ਉਹ ਬੱਚਾ ਵੀ ਆਪਣੇ ਆਪ ਨੂੰ ਐਡਜਸਟ ਕਰ ਸਕੇ। ਔਰ ਦੂਸਰੀ ਗੱਲ ਹੁੰਦੀ ਹੈ ਉਹਨਾਂ ਨੂੰ ਮਰਸੀ ਦੀ ਜ਼ਰੂਰਤ ਨਹੀਂ ਹੁੰਦੀ, ਅਸੀਂ ਉਹਨਾਂ 'ਤੇ ਕਿਸੇ ਤਰ੍ਹਾਂ ਨਾਲ ਤਰਸ ਦੇ ਪਾਤਰ ਨਹੀਂ ਦੇ ਤੌਰ 'ਤੇ ਉਹਨਾਂ ਨੂੰ ਟਰੀਟ ਨਹੀਂ ਕਰਨਾ। ਮੇਰੇ ਕੋਲ ਤੁਸੀਂ ਆਪਾਂ ਦੇਖਿਆ ਰਿਟਰੈਕਟ ਦਾ ਇੱਕ ਹੁਣੇ ਹੀ ਆਪਾਂ ਕਰਕੇ ਹਟਿਆ ਤੇ ਅਸੀਂ ਜਿਹੜੀ ਹੈ ਬਲਾਈਂਡ ਐਸੋਸੀਏਸ਼ਨ ਵਾਲਿਆਂ ਨੂੰ ਡੋਨੇਸ਼ਨ ਦਿੱਤੀ ਹੈ। ਮੇਰਾ ਉਹਨਾਂ ਨਾਲ 7 ਸਾਲ ਦਾ ਐਕਸਪੀਰੀਅੰਸ ਹੈ ਔਰ ਮੈਂ ਦੇਖਦਾ 100% ਪਾਰ ਮਤਲਬ ਬਲਾਈਂਡ ਹੁੰਦੇ ਆ ਤੇ ਦੇ ਆਰ ਕੌਨਫੀਡੈਂਟ ਕਿ ਉਹ ਕਿਤੇ ਵੀ ਪਹੁੰਚ ਜਾਣਗੇ। ਮੈਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਅਸੀਂ ਡੋਨੇਸ਼ਨ ਇਕੱਠੀ ਕੀਤੀ, ਅਸੀਂ ਤੁਹਾਨੂੰ ਜਾ ਕੇ ਤੁਹਾਡੇ ਸੈਂਟਰ 'ਚ ਦੇ ਕੇ ਆਵਾਂਗੇ। ਉਹ ਕਹਿੰਦੇ ਨਹੀਂ ਅਸੀਂ ਆ ਕੇ ਲੈ ਕੇ ਜਾਵਾਂਗੇ। ਹਰ ਵਾਰ ਉਹ ਮੇਰੇ ਕਾਲਜ ਆਉਂਦੇ ਆ ਔਰ ਆ ਕੇ ਲੈ ਕੇ ਜਾਂਦੇ ਆ। ਦੇ ਆਰ ਟੂ ਮਚ ਕੌਨਫੀਡੈਂਟ ਕਿ ਕੋਈ ਪ੍ਰੋਬਲਮ ਨਹੀਂ। ਮੈਂ ਕਹਿੰਦਾ ਯਾਰ ਇੰਨੀ ਟ੍ਰੈਫਿਕ ਹੈ ਤੁਸੀਂ ਕਿਵੇਂ ਟਰੈਵਲ ਕਰੋਗੇ? ਉਹ ਕਹਿੰਦੇ ਸਾਡੇ ਤੇ ਤਰਸ ਨਾ ਖਾਇਆ ਕਰੋ। ਤਾਂ ਮੈਂ ਜਿਹੜੀ ਗੱਲ ਕਹਿਣਾ ਚਾਹ ਰਿਹਾ ਉਹ ਸਮਝ ਆਈ ਤੁਹਾਨੂੰ ਕੀ ਕਹਿਣ ਦੀ ਗੱਲ ਕਰ ਰਹੇ? यस सर। ਹਾਂ यस सर। ਉਹ ਕਹਿੰਦੇ ਅਸੀਂ ਤਰਸ ਦੇ ਪਾਤਰ ਨਹੀਂ ਆ। ਤਾਂ ਇਹਦਾ ਮਤਲਬ ਹੈ ਸਾਨੂੰ ਉਹ এনवायरमेंट ਜੇਕਰ ਅਸੀਂ ਚੇਂਜ ਕਰ ਲਈਏ ਤਾਂ ਅਸੀਂ ਬੱਚਿਆਂ ਨੂੰ ਮੇਨ ਸਟਰੀਮਿੰਗ 'ਤੇ ਐਡਜਸਟ ਕਰ ਸਕਦੇ ਹਾਂ ਜਿਹੜੇ ਮਾਈਨਰ ਡਿਸੇਬਿਲਿਟੀਜ਼ ਦੇ ਨਾਲ ਨੇ। ਅਗਲੀ ਗੱਲ ਹੈ ਕਮਿਊਨਿਟੀ ਮੋਬਿਲਾਈਜੇਸ਼ਨ ਦੀ ਗੱਲ ਹੈ। ਜਿਹੜੀ ਗੱਲ ਕਾਮਨ ਸਕੂਲ ਦੀ ਮੈਂ ਕਰਦਾ ਹੁੰਦਾ ਹਮੇਸ਼ਾ ਹੀ, ਕਾਮਨ ਸਕੂਲ ਸਾਡਾ ਸਕੂਲ, ਜਦੋਂ ਸਾਡੀ ਕੋਈ ਚੀਜ਼ ਹੋਵੇ ਤਾਂ ਅਸੀਂ ਉਹਦਾ ਟੇਕ ਕੇਅਰ ਕਰਦੇ ਹਾਂ। ਤੁਸੀਂ ਦੇਖਿਆ ਨਾ ਕਿ ਜੇ ਤੁਹਾਡੇ ਘਰ ਦੀ ਤੁਸੀਂ ਬੜੀ ਅੱਛੀ ਸਫਾਈ ਕਰਦੇ ਹੋ ਹੈ ਨਾ, ਤੁਹਾਡੀ ਆਪਣੀ ਕੋਈ ਚੀਜ਼ ਹੁੰਦੀ ਹੈ, ਤੁਹਾਡੀ ਸਕੂਟੀ ਹੁੰਦੀ ਹੈ, ਬੜੀ ਸਵੇਰੇ ਸਫਾਈ ਕਰਦੇ ਹੋ, ਸਾਫ਼ ਕਰਦੇ ਹੋ, ਧੋ ਕੇ ਰੱਖਦੇ ਹੋ, ਚਮਕਾ ਕੇ ਰੱਖਦੇ ਹੋ, ਪਾਲਿਸ਼ ਕਰਦੇ ਹੋ, ਤੁਹਾਡੇ ਹੱਥ 'ਚ ਮੋਬਾਈਲ ਹੈ ਉਹ ਤੁਹਾਡਾ ਹੈ। ਜਿਹੜੀ ਚੀਜ਼ ਸਾਡੀ ਹੁੰਦੀ ਹੈ ਉਹਦੀ ਅਸੀਂ ਟੇਕ ਕੇਅਰ ਕਰਦੇ ਹਾਂ, ਪਰ ਜਿਹੜੀ ਗਵਰਨਮੈਂਟ ਦੀ ਹੋ ਜਾਵੇ ਅਸੀਂ ਕਹਿੰਦੇ ਇਹ ਕਿਹੜਾ ਸਾਡੀ ਸਰਕਾਰੀ ਹੈ। ਸਮਝਦੇ ਗੱਲ ਨੂੰ? ਹਾਂਜੀ। ਹਾਂ ਪਰ ਅਸੀਂ ਕਹਿੰਦੇ ਹਾਂ ਕਿ ਉਹ ਵੂਈ ਫੀਲਿੰਗ ਲੈ ਕੇ ਆਉਣ ਦੀ ਗੱਲ ਹੈ ਜਿਹਦੇ ਵਿੱਚ ਅਸੀਂ ਓਨ ਕਰੀਏ ਚੀਜ਼ਾਂ ਨੂੰ। ਤਾਂ ਅਸੀਂ ਕਮਿਊਨਿਟੀ ਮੋਬਿਲਾਈਜੇਸ਼ਨ ਇਸ ਕਰਕੇ ਲੈ ਕੇ ਆਉਣਾ ਚਾਹੁੰਦੇ ਹਾਂ ਤਾਂ ਕਿ ਸਾਡਾ ਜਿਹੜਾ ਕਨੈਕਟ ਹੈ
ਉਹ ਜਿਹੜਾ ਹੈ ਇਸ ਚੀਜ਼ ਦਾ ਹੋਵੇ ਕਿ ਇਹ ਸਾਡਾ ਹੈ, ਸਕੂਲ ਸਾਡਾ ਹੈ, ਇਸ ਦੀ ਮੋਨੀਟਰਿੰਗ ਅਸੀਂ ਕਰਨੀ ਹੈ, ਇਸ ਦੀ ਡਿਵੈਲਪਮੈਂਟ ਅਸੀਂ ਕਰਨੀ ਹੈ ਔਰ ਇਸ ਦੀ ਬਿਊਟੀਫਿਕੇਸ਼ਨ ਔਰ ਉਸ ਦੀ ਟੇਕ ਕੇਅਰ ਅਸੀਂ ਕਰਨੀ ਹੈ। ਤੇ ਇਸ ਲਈ ਉਹਨਾਂ ਨੇ ਕਿਹਾ ਕਮਿਊਨਿਟੀ ਨੂੰ ਨਾਲ ਇਨਵੋਲਵ ਕਰਨਾ ਪਏਗਾ। ਕਿਵੇਂ ਕਮਿਊਨਿਟੀ ਇਨਵੋਲਵ ਕੀਤੀ ਜਾਏਗੀ? ਉਹ ਕਹਿੰਦੇ ਆ ਕਿ ਵੀ ਆਰ ਗੋਇੰਗ ਟੂ ਇੰਪਾਵਰਿੰਗ ਦ ਕਮਿਊਨਿਟੀ ਮੈਂਬਰਸ। ਕਿਵੇਂ? ਅਸੀਂ SSA ਦੇ ਵਿੱਚ ਇੱਕ ਸਕੂਲ ਮੈਨੇਜਮੈਂਟ ਕਮੇਟੀ ਬਣਾਵਾਂਗੇ। ਉਹ ਸਕੂਲ ਮੈਨੇਜਮੈਂਟ ਕਮੇਟੀ ਦੇ ਵਿੱਚ ਜਿਹੜੇ ਰਿਪਰੈਜ਼ੈਂਟੇਟਿਵ ਹੋਣਗੇ ਉਹ ਜ਼ਿਆਦਾਤਰ ਉਸੇ ਸਕੂਲ ਦੇ ਪਿੰਡ ਦੇ ਹੋਣਗੇ, ਜਿਹੜੇ ਸਕੂਲ ਪਿੰਡ ਦਾ ਉਹ ਸਕੂਲ ਹੋਏਗਾ। ਔਰ ਪੇਰੈਂਟਸ ਟੀਚਰ ਐਸੋਸੀਏਸ਼ਨ, ਮਦਰ ਟੀਚਰ ਐਸੋਸੀਏਸ਼ਨ ਜਿਹੜੀ ਹੈ ਉਹਨਾਂ ਦੇ ਨਾਲ ਜਿਹੜੀ ਸਕੂਲ ਮੈਨੇਜਮੈਂਟ ਕਮੇਟੀ ਆ ਉਹ 'ਚ 75% ਉਹ ਜਿਹੜੇ ਹੈਗੇ ਆ ਉਹ ਕਮਿਊਨਿਟੀ ਦੇ ਮੈਂਬਰ ਹੋਣਗੇ ਜਿਨ੍ਹਾਂ ਦੇ ਬੱਚੇ ਉਸ ਸਕੂਲ 'ਚ ਪੜ੍ਹਦੇ ਹੋਏ ਹੋਣਗੇ, ਤਾਂ ਕਿ ਉਹ ਸਾਰੇ ਮਿਲ ਕੇ ਔਰ ਕੁਛ NGO ਮਿਲ ਕੇ, ਕੁਛ ਜਿਹੜੇ ਪੇਰੈਂਟਸ ਪਹਿਲਾਂ ਇੱਥੇ ਪੜ੍ਹ ਕੇ ਗਏ ਆ ਪਰ ਹੁਣ ਉਹ NRI ਹੋ ਗਏ ਆ ਬੱਚੇ, ਉਹ ਬੱਚਿਆਂ ਨੂੰ ਵੀ ਨਾਲ ਇਨਵੋਲਵ ਕੀਤਾ ਜਾ ਸਕਦਾ ਤਾਂ ਕਿ ਉਹਨਾਂ ਤੋਂ ਫਾਈਨੈਂਸ਼ੀਅਲ ਹੈਲਪ ਲਈ ਜਾ ਸਕੇ। ਤੁਸੀਂ ਦੇਖਿਆ ਹੋਏਗਾ ਟਰਾਂਸਫੋਰਮੇਸ਼ਨ ਹੁੰਦੀ ਪਿਛਲੇ 4 ਸਾਲਾਂ 'ਚ ਸਕੂਲਾਂ ਦੀਆਂ ਬਿਲਡਿੰਗਾਂ ਬਹੁਤ ਅੱਛੀਆਂ ਹੋ ਗਈਆਂ, ਉਹਨਾਂ ਨੂੰ ਪੇਂਟ ਕਰਾ ਦਿੱਤਾ ਗਿਆ, ਉਹਨਾਂ 'ਤੇ ਬੜੇ ਅੱਛੇ ਸਲੋਗਨ ਆ ਗਏ, ਉਹਨਾਂ 'ਤੇ ਬੜੀ ਅੱਛੀ ਗ੍ਰਾਫਿਕ ਹੋ ਗਈ, ਉਹਨਾਂ ਦੇ ਵਿੱਚ ਲੈਬਸ ਬਣ ਗਈਆਂ, ਉਹਨਾਂ 'ਚ ਫਰਨੀਚਰ ਮਿਲ ਗਿਆ ਔਰ ਉਹਨਾਂ 'ਚ ਜਿਹੜੀਆਂ ਲਾਇਬ੍ਰੇਰੀਜ਼ ਨੇ ਉਹ ਓਨ ਕਰ ਲਈਆਂ NRIs ਨੇ। ਔਰ NRIs ਜੀ ਆਪਣੇ ਵੱਲੋਂ ਮੰਥਲੀ ਜਿਹੜਾ ਹੈ ਫੰਡਿੰਗ ਦੇਣੀ ਸ਼ੁਰੂ ਕਰ ਦਿੱਤੀ ਔਰ PTA ਟੀਚਰ ਰੱਖੇ ਗਏ। ਤਾਂ ਇਸ ਤਰ੍ਹਾਂ ਨਾਲ ਸਾਡਾ ਇਨਫਰਾਸਟਰਕਚਰ ਬੈਸਟ ਹੋਇਆ। ਉਹ ਕਹਿੰਦੇ ਕਮਿਊਨਿਟੀ ਨੂੰ ਮੋਬਿਲਾਈਜ਼ ਕਰਨਾ ਹੈ। ਵੀ ਟਰਾਈ ਟੂ ਮੇਕ ਇਨਸ਼ੋਰ ਕਿ ਦੇ ਵਿਲ ਪਾਰਟੀਸਪੇਟ ਇਨ ਮੈਨੇਜਮੈਂਟ, ਇਨ ਕੰਟਰੋਲ, ਇਨ ਮੋਨੀਟਰਿੰਗ, ਇਨ ਟੇਕ ਕੇਅਰ। ਤਾਂ ਇਹ ਚੀਜ਼ ਜਿਹੜੀ ਹੈ SSA ਕਰਨ ਦੀ ਗੱਲ ਕਰਦੀ ਹੈ। ਉਸ ਤੋਂ ਬਾਅਦ ਅਗਲੀ ਗੱਲ ਜਿਹੜੀ ਹੈ ਉਹਦੀ ਅਸੀਂ ਗੱਲ ਕਰਾਂਗੇ ਤਾਂ ਉਹ ਕਹਿੰਦੇ ਆ ਅਸੀਂ ਸ਼ੇਅਰਿੰਗ ਰੇਸ਼ੋ ਦੀ ਗੱਲ ਕਰਦੇ ਹਾਂ ਤਾਂ ਫਾਈਨੈਂਸ਼ੀਅਲ ਰਿਸਪੌਂਸਿਬਿਲਿਟੀ ਕਿਵੇਂ ਦੀ ਹੋਏਗੀ। ਤਾਂ ਉਹ ਕਹਿੰਦੇ ਆ ਕਿ ਇਹਦੇ ਵਿੱਚ ਜਿਹੜਾ ਜਦੋਂ ਪਲਾਨ ਸ਼ੁਰੂ ਕੀਤਾ ਗਿਆ ਸੀ ਉਦੋਂ 9th 5 year ਪਲਾਨ ਚੱਲ ਰਿਹਾ ਸੀ, ਤਾਂ ਉਦੋਂ ਇਹ ਕਿਹਾ ਸੈਂਟਰ ਗੌਰਮੈਂਟ 85% ਸ਼ੇਅਰ ਕਰੇਗੀ ਔਰ ਬਾਕੀ ਜਿਹੜਾ ਰਨਿੰਗ ਕਾਸਟ ਹੋਏਗੀ ਉਹਦਾ 15% ਸਟੇਟ ਗੌਰਮੈਂਟ ਦੇਏਗੀ। ਤੇ 10th ਪਲਾਨ ਦੇ ਵਿੱਚ ਕਿਹਾ ਗਿਆ ਕਿ ਅਸੀਂ 75-25 ਦੇਵਾਂਗੇ ਔਰ ਉਸ ਤੋਂ ਬਾਅਦ ਕਹਿ ਦਿੱਤਾ ਗਿਆ ਕਿ 50-50 ਬਾਕੀ ਜਿਹੜਾ ਟਨਿਓਰ ਹੈ 2017 ਤੱਕ ਇਹਦੀ ਟਨਿਓਰ ਸੀਗੀ 50-50% ਜਿਹੜਾ ਹੈ ਇਹਦੇ ਵਿੱਚੋਂ ਦੇਵਾਂਗੇ। ਇਹ ਚੀਜ਼ ਕਿਹਾ ਗਿਆ ਕਿ 2017 ਤੱਕ ਜਿੰਨਾ ਚਿਰ ਤੱਕ ਦਾ ਇਹ ਪ੍ਰੋਜੈਕਟ ਹੈ 10 year ਦਾ ਪ੍ਰੋਜੈਕਟ ਸੀ, 7 ਤੋਂ ਲੈ ਕੇ ਜਿਹੜਾ ਹੈ ਚੱਲਦਾ ਸੀਗਾ ਇਹ 2017 ਤੱਕ ਔਰ ਉਦੋਂ ਤੱਕ ਇਹਦਾ ਕਿਹਾ 50% ਸ਼ੇਅਰ ਜਿਹੜਾ ਹੈ ਸੈਂਟਰ ਸਟੇਟ ਗੌਰਮੈਂਟ 50-50% ਕਰਨੀ ਹੈ। ਪਰ ਆਫਟਰ ਦੈਟ ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਸਟਾਪ ਕਰਨ ਜਾ ਰਹੇ ਹਾਂ। ਤਾਂ ਉਹ ਹੋਇਆ ਵੀ ਕਿ ਗੌਰਮੈਂਟ ਸੈਂਟਰ ਗੌਰਮੈਂਟ ਨੇ ਕਹਿ ਦਿੱਤਾ ਕਿ ਹੁਣ ਅਸੀਂ ਟੀਚਰ ਦੀ ਪੇ ਨਹੀਂ ਦੇਵਾਂਗੇ। ਜੇ ਸਟੇਟ ਗੌਰਮੈਂਟ ਪੇ ਦੇ ਸਕਦੀ ਹੈ ਤਾਂ ਉਹ ਇਹਨਾਂ ਨੂੰ ਆਪਣੇ ਡਿਪਾਰਟਮੈਂਟ 'ਚ ਲੈ ਲਵੇ, ਅਦਰਵਾਈਜ਼ ਇਹਨਾਂ ਨੂੰ ਰਿਟਰੈਂਚ ਕਰਨ ਜਾ ਰਹੇ ਹਾਂ। ਅਤੇ ਉਹਨਾਂ ਨੇ ਰਿਟਰੈਂਚ ਕਰ ਵੀ ਦਿੱਤਾ। ਫਿਰ ਸਟੇਟ ਗੌਰਮੈਂਟਸ ਨੇ ਕਿਉਂਕਿ ਉਹਨਾਂ ਦੀ ਯੂਨੀਅਨ ਬਣ ਗਈ, ਉਹਨਾਂ ਨੇ ਐਜੀਟੇਟ ਕੀਤਾ, ਐਜੀਟੇਸ਼ਨ ਹੋਈਆਂ ਤਾਂ ਉਹਨਾਂ ਨੇ ਸਟੇਟ ਗੌਰਮੈਂਟ ਨੇ ਫਿਰ ਉਹਨਾਂ ਨੂੰ ਆਪਣੇ ਡਿਪਾਰਟਮੈਂਟ 'ਚ ਲਿਆ ਔਰ ਹੁਣ ਉਹ ਰੈਗੂਲਰ ਟੀਚਰ ਹੋ ਗਏ। ਤਾਂ ਇਹ ਇੱਕ ਜਿਹੜਾ ਹੈ ਮੇਜਰ ਇਹਦੇ ਵਿੱਚ ਚੇਂਜ ਆਇਆ। ਹੁਣ ਉਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਫਾਈਨੈਂਸ਼ੀਅਲ ਇੰਟਰਵੈਂਸ਼ਨ ਅਤੇ ਨੋਰਮਸ ਦੇ ਵਿੱਚ ਕੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਟੀਚਰ ਜਿਹੜਾ ਹੈ ਉਹਦੇ ਵਿੱਚ ਰੱਖਿਆ ਗਿਆ ਕਿ ਰਾਈਟ ਟੂ ਐਜੂਕੇਸ਼ਨ ਦੇ ਵਿੱਚ ਇੱਕ ਟੀਚਰ ਹੋਏਗਾ 40 ਸਟੂਡੈਂਟਸ ਦੇ ਲਈ, ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਦੇ ਲਈ 2 ਟੀਚਰ ਹੋਣਗੇ ਜੇਕਰ ਉੱਥੇ ਮਿਡਲ ਸਕੂਲ ਹੈ, ਠੀਕ ਹੈ, ਅਤੇ ਨਾਲ ਇੱਕ ਟੀਚਰ ਐਕਸਟਰਾ ਹੋਏਗਾ ਜੇਕਰ ਅਪਰ ਪ੍ਰਾਇਮਰੀ ਕਲਾਸਿਸ ਜਿਹੜੀਆਂ ਨੇ ਉਹ ਚੱਲ ਰਹੀਆਂ ਹੋਣਗੀਆਂ। ਫਿਰ ਉਹਦੇ ਵਿੱਚ ਉਹਨਾਂ ਨੇ ਕਿਹਾ ਅਲਟਰਨੇਟਿਵ ਸਕੂਲਿੰਗ ਦੇ ਵਿੱਚ ਕਿਹਾ ਕਿ 1 ਕਿਲੋਮੀਟਰ ਦੇ ਵਿੱਚ, ਹਰ 1 ਕਿਲੋਮੀਟਰ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਐਜੂਕੇਸ਼ਨ ਗਰੰਟੀ ਸੈਂਟਰ ਬਣ ਜਾਵੇ। ਉਹ ਇਸ ਲਈ ਕਿ ਜਿਹੜੇ ਸਕੂਲ ਤੋਂ ਬਾਹਰ ਨੇ ਬੱਚੇ, ਆਊਟਰੀਚ ਨੇ ਜਾਂ ਜਿਹੜੇ ਹਾਰਡ ਟੂ ਕੋਰ ਨੇ, ਜਿਹੜੇ ਨਹੀਂ ਜਾ ਸਕਦੇ, ਅਸੀਂ ਉਹਨਾਂ ਨੂੰ ਜਿਹੜਾ ਹੈ ਸਰਵ ਕਰ ਸਕੀਏ, ਐਜੂਕੇਸ਼ਨ ਦੇ ਸਕੀਏ। ਫਿਰ ਅਗਲੀ ਗੱਲ ਆਈ ਕਿ ਅਪਰ ਪ੍ਰਾਇਮਰੀ ਸਕੂਲ ਦੇ ਵਿੱਚ ਅਸੀਂ ਦੇਖਾਂਗੇ ਕਿ 2 ਪ੍ਰਾਇਮਰੀ ਸਕੂਲ ਹੋਣ ਤਾਂ ਉਹਨਾਂ ਦੇ ਉੱਪਰ ਇੱਕ ਮਿਡਲ ਸਕੂਲ ਜਿਹੜਾ ਹੈ ਅਪਰ ਪ੍ਰਾਇਮਰੀ ਦਾ ਸਕੂਲ ਵੀ ਬਣਾਇਆ ਜਾਏਗਾ। ਫਿਰ ਕਲਾਸਰੂਮ ਦੀ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਲਾਸਰੂਮ ਅਸੀਂ ਕਵਾਂਗੇ ਕਿ ਹਰ ਜਿਹੜੀ ਹੈ ਕਲਾਸ ਲਈ ਇੱਕ ਰੂਮ ਅਵੇਲੇਬਲ ਹੋਣਾ ਚਾਹੀਦਾ। ਜੇ ਇੰਨਾ ਵੀ ਨਾ ਹੋ ਸਕੇ ਤਾਂ 2 ਕਲਾਸਾਂ ਲਈ ਇੱਕ ਰੂਮ ਤਾਂ ਜ਼ਰੂਰ ਹੋਣਾ ਚਾਹੀਦਾ ਔਰ ਵਰਾਂਡਾ ਹੋਵੇ ਪ੍ਰਾਇਮਰੀ ਸਕੂਲ ਦਾ ਔਰ ਐਟਲੀਸਟ 2 ਟੀਚਰ ਹੋਣ। ਜਿੱਥੇ ਮਿਡਲ ਸਕੂਲ ਹੋਵੇ ਉੱਥੇ ਇੱਕ ਹੈਡਮਾਸਟਰ ਵੀ ਲਗਾ ਕੇ ਦਈਏ। ਇਸ ਤਰ੍ਹਾਂ ਦੀਆਂ ਪ੍ਰੋਵੀਜ਼ਨ ਦੇ ਨਾਲ SSA ਪ੍ਰੋਗਰਾਮ ਆਇਆ। ਫਿਰ ਉਹਨਾਂ ਨੇ ਕਿਹਾ ਅਸੀਂ ਕਿ ਹੋਰ ਕੀ ਦੇਵਾਂਗੇ, ਹੋਰ ਉਹ ਕਹਿੰਦੇ ਫ੍ਰੀ ਟੈਕਸਟ ਬੁੱਕ ਦੇਵਾਂਗੇ ਔਰ ਜਿਹੜੀ ਟੈਕਸਟ ਬੁੱਕ ਦੀ ਕੈਪ ਹੈ ਉਹ ਇਹ ਰੱਖੀ ਗਈ ਕਿ ਜਿਹੜੀਆਂ ਲੜਕੀਆਂ SC ST 'ਚ ਹੋਣਗੀਆਂ ਉਹਨਾਂ ਨੂੰ 150 ਰੁਪਈਆ ਦਿੱਤਾ ਜਾਏਗਾ। 150 ਰੁਪਏ 'ਚ ਜਿੰਨੀਆਂ ਬੁੱਕਸ ਆਉਂਦੀਆਂ ਨੇ ਖਰੀਦ ਲੈਣ। ਤਾਂ ਇੱਕ ਗੱਲ ਇਹ ਜਿਹੜੀ ਹੈ ਇਹਦੇ ਵਿੱਚ ਆਏਗੀ। ਔਰ ਫਿਰ ਅਗਲੀ ਗੱਲ ਕਰ ਦਿੱਤੀ ਗਈ, ਉਹਨਾਂ ਨੇ ਕਿਹਾ ਕਿ ਸਟੇਟ ਜਿਹੜਾ ਹੈ ਬਾਕੀ ਪ੍ਰਾਇਮਰੀ ਐਜੂਕੇਸ਼ਨ ਦੇ ਲਈ ਸਾਰਿਆਂ ਨੂੰ ਫ੍ਰੀ ਬੁੱਕਸ ਜਿਹੜੀਆਂ ਨੇ ਉਹ ਦਿੰਦਾ ਰਹੇਗਾ। ਗੱਲ ਇਹਦੇ ਵਿੱਚ ਇਹ ਕੀਤੀ ਜਾ ਰਹੀ ਹੈ ਕਿ ਸਟੇਟ ਜਿਹੜੀ ਹੈ ਉਹ ਟੈਕਸਟ ਬੁੱਕਸ ਦੀ ਜੇਕਰ ਪ੍ਰਾਇਮਰੀ ਪਹਿਲੇ 5 ਸਾਲਾਂ ਤੋਂ ਬਾਅਦ 6ਵੀਂ 7ਵੀਂ 8ਵੀਂ ਦੀਆਂ ਜਿਹੜੀਆਂ ਬੁੱਕਸ ਨੇ ਉਹਨਾਂ ਲਈ ਸਬਸਿਡਾਈਜ਼ ਕਰੇਗਾ ਔਰ ਮਤਲਬ ਕੁਝ ਅਸਿਸਟੈਂਸ ਦੇਗਾ, ਪਾਰਸ਼ਲ ਅਸਿਸਟੈਂਸ ਦੇਗੀ। ਜਿਹੜੀ ਟੋਟਲ ਕਾਸਟ ਦਾ 150 ਰੁਪਈਆ ਬਣੇਗਾ।
ਠੀਕ ਹੈ। ਜੇਕਰ 150 ਟੋਟਲ ਬੁੱਕਸ 200 ਰੁਪਏ ਦੀਆਂ ਆਉਂਦੀਆਂ ਤਾਂ 150 ਸਰਕਾਰ ਦੇ ਦੇਗੀ, 50 ਪੇਰੈਂਟਸ ਨੂੰ ਦੇਣੇ ਹੋਣਗੇ। ਇਹ ਇੱਕ ਗੱਲ ਕੀਤੀ ਗਈ। ਔਰ ਉਸ ਤੋਂ ਬਾਅਦ ਅਗਲੀ ਗੱਲ ਕਹਿ ਦਿੱਤੀ ਗਈ ਕਿ SSA ਨੇ ਕਿਹਾ ਕਿ ਅਸੀਂ ਕਾਸਟ ਜਿਹੜੀ ਹੈ ਬੁੱਕਸ ਦੀ ਉਹ 150 ਤੋਂ ਵਧਾਵਾਂਗੇ ਨਹੀਂ, ਬਾਕੀ ਪੇਰੈਂਟਸ ਦੇਖਣ ਜਾਂ ਕੋਈ ਤੁਸੀਂ ਕਮਿਊਨਿਟੀ ਇਨਵੋਲਵਮੈਂਟ ਦੇ ਵਿੱਚੋਂ ਪੂਰੀਆਂ ਕਰੋ। ਫਿਰ ਮੇਨਟੇਨੈਂਸ ਦੀ ਗੱਲ ਹੋਈ ਬਿਲਡਿੰਗ ਦੀ। ਉਹਨਾਂ ਨੇ ਕਿਹਾ ਸਕੂਲ ਮੈਨੇਜਮੈਂਟ ਕਮੇਟੀ ਹੋਏਗੀ, ਜਿਹੜੀ ਕਮੇਟੀ ਦੇ ਜਿਹੜਾ ਚੇਅਰਮੈਨ ਹੈ ਉਸ ਨੂੰ 5000 ਰੁਪਏ ਜਿਹੜੇ ਹੈ ਪਰ ਈਅਰ ਮੇਨਟੇਨੈਂਸ ਦੇ ਪਰਪਸ ਲਈ ਦਿੱਤੇ ਜਾਣਗੇ। ਔਰ ਉਹਦੇ ਵਿੱਚ ਟੈਪ ਬ੍ਰੇਕ ਹੋ ਗਈ ਹੈ, ਮੰਨ ਲਓ ਵਾਟਰ ਟੈਪ ਹੈ ਖਰਾਬ ਹੋ ਗਈ ਹੈ, ਵਾਟਰ ਕੂਲਰ ਖਰਾਬ ਹੋ ਗਿਆ, ਕੋਈ ਫੈਨ ਰਿਪੇਅਰ ਹੋਣ ਵਾਲਾ ਹੈ, ਕੋਈ ਇਲੈਕਟ੍ਰਿਸਿਟੀ ਬਲਬ ਜਿਹੜਾ ਹੈ ਲਾਈਟ ਜਿਹੜੀ ਹੈ ਉਹ ਖਰਾਬ ਹੋ ਗਈ ਹੈ, ਉਸ ਚੀਜ਼ਾਂ ਦੇ ਲਈ ਛੋਟੀ ਮੇਨਟੇਨੈਂਸ ਦੇ ਲਈ ਜਿਹੜਾ ਹੈ 5000 ਰੁਪਈਆ ਉਹਨਾਂ ਨੂੰ ਆਥੋਰਾਈਜ਼ ਕਰ ਦਿੱਤਾ ਗਿਆ ਸਾਲ ਦਾ, ਉਹ ਰਿਪੇਅਰ ਤੇ ਖਰਚ ਕਰ ਸਕਦੇ ਆ। ਔਰ ਅਗਲੀ ਗੱਲ ਉਹਨਾਂ ਨੇ ਕਹੀ ਹੈ ਕਿ ਐਕਸਪੈਂਡੀਚਰ ਜਿਹੜਾ ਹੈ ਬਿਲਡਿੰਗ ਦਾ, ਉਹਦੇ ਵਿੱਚ ਜੇਕਰ ਸਿਵਲ ਵਰਕ ਹੋ ਰਿਹਾ ਤਾਂ 33% ਜਿਹੜਾ ਹੈ ਉਹ ਮਤਲਬ ਨਵੀਂ ਕੰਸਟਰਕਸ਼ਨ ਤੇ ਜਾਂ ਹੋਰ ਚੀਜ਼ਾਂ ਤੇ ਕਰ ਸਕਦੇ ਹੋ, ਅਦਰਵਾਈਜ਼ ਜਿਹੜਾ ਹੈ ਤੁਹਾਨੂੰ ਸਿਰਫ ਰਿਪੇਅਰ ਕਰਨ ਦਾ ਖਰਚਾ ਜਿਹੜਾ ਹੈ ਉਹ ਕਰਨ ਦੀ ਆਥੋਰਾਈਜ਼ ਕੀਤਾ ਗਿਆ। ਤਾਂ ਇਹ ਮੇਨਟੇਨੈਂਸ ਦੀ ਗੱਲ ਹੈ। ਫਿਰ ਅਗਲੀ ਗੱਲ ਉਹਨਾਂ ਨੇ ਕੀਤੀ ਹੈ ਟੀਚਿੰਗ ਲਰਨਿੰਗ ਮਟੀਰੀਅਲ। ਟੀਚਿੰਗ ਲਰਨਿੰਗ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮਾਡਲ ਜਾਂ ਜਿਹੜੇ ਮਾਡਲ ਪਰਚੇਜ ਕਰਨੇ ਆ, ਉਹਨਾਂ ਨੇ ਕਿਹਾ ਇੱਕ ਸਕੂਲ ਨੂੰ 10000 ਰੁਪਈਆ ਐਨੂਅਲੀ ਮਿਲੇਗਾ, ਉਹਦੇ ਵਿੱਚੋਂ ਚਾਰਟ ਬਣਾ ਲੈਣ, ਉਹਦੇ ਵਿੱਚੋਂ ਮਾਡਲ ਲੈ ਲੈਣ, ਉਹਦੇ ਵਿੱਚੋਂ ਕੋਈ ਏਡ ਪਰਚੇਜ ਕਰ ਲੈਣ, ਕੁਝ ਵੀ ਕਰ ਲੈਣ, ਇੱਕ ਸਕੂਲ ਨੂੰ 10000 ਰੁਪਈਆ ਸਾਲਾਨਾ ਦਿੱਤਾ ਜਾਏਗਾ। ਔਰ ਜਾਂ ਜਿਹੜੀ ਹੈ ਵਿਲੇਜ ਜਿਹੜੀ ਹੈ ਐਜੂਕੇਸ਼ਨ ਕਮੇਟੀ ਹੈ ਉਹ ਇਹ ਡਿਸਾਈਡ ਕਰੇਗੀ ਕਿ ਕੀ ਖਰੀਦਣਾ ਹੈ, ਔਰ ਉਹਦੇ ਵਿੱਚ ਟੀਚਰ ਤੇ ਪੇਰੈਂਟਸ ਨਾਲ ਇਨਵੋਲਵ ਹੋਣਗੇ। ਔਰ ਤਾਂ ਕਿ ਕੋਈ ਟੀਚਰ ਐਵੇਂ ਫਰੋਜਰੀ ਨਾ ਕਰ ਦੇਵੇ, ਕੋਈ ਫਰਾਡ ਨਾ ਕਰ ਦੇਵੇ, ਆਪਣੇ ਵੱਲੋਂ ਹੀ 10000 ਰੁਪਏ ਦੇ ਬਿੱਲ ਨਾ ਪਾ ਦੇਵੇ। ਪੇਰੈਂਟਸ ਦੀ ਮਨਜ਼ੂਰੀ ਲੈਣੀ ਪਏਗੀ, ਪੇਰੈਂਟਸ ਨੂੰ ਦੱਸਣਾ ਪਏਗਾ ਕਿ ਅਸੀਂ ਏਡ ਇਕਵਿਪਮੈਂਟ ਮਾਡਲ ਜਿਹੜਾ ਹੈ ਪਰਚੇਜ ਕਰਨ ਜਾ ਰਹੇ ਹਾਂ। ਅਪਰ ਪ੍ਰਾਇਮਰੀ ਲਈ ਇੱਕ ਸਕੂਲ ਦੇ ਲਈ 50000 ਰੁਪਇਆ ਐਨੂਅਲੀ ਦਿੱਤਾ ਜਾਏਗਾ, ਜਿਹਦੇ ਵਿੱਚ ਉਹ ਆਪਣੇ ਸਕੂਲ ਦੇ ਲਈ ਕਮੇਟੀ ਦੇ ਮੈਂਬਰਾਂ ਦੇ ਨਾਲ ਮਿਲ ਕੇ ਕੋਈ ਵੀ ਜਿਹੜਾ ਹੈ ਏਡ, ਕੋਈ ਮਾਡਲ, ਕੋਈ ਹੋਰ ਜਿਹੜੀ ਹੈ ਸਪੈਸ਼ਲ ਟਾਈਪ ਆਫ ਜਿਹੜੀ ਹੈ ਇਕਵਿਪਮੈਂਟ ਉਹ ਪਰਚੇਜ ਕਰ ਸਕਦੇ ਆ, ਪਰ ਕਾਸਟ 50000 ਤੋਂ ਜ਼ਿਆਦਾ ਸਾਲ ਦੀ ਨਹੀਂ ਵਧਣੀ ਚਾਹੀਦੀ। ਫਿਰ ਅਗਲੀ ਗੱਲ ਉਹਨਾਂ ਨੇ ਇਹਦੇ ਵਿੱਚ ਜਿਹੜੀ ਕੀਤੀ ਹੈ ਉਹ ਕਹਿੰਦੇ ਆ ਕਿ ਜਿਹੜੇ ਐਜੂਕੇਸ਼ਨ ਗਰੰਟੀ ਸਕੂਲ ਜਾਂ ਸੈਂਟਰ ਬਣਾਏ ਗਏ ਆ, ਜਿਹੜੇ ਆਊਟ ਆਫ ਜਾਂ ਹਾਰਡ ਟੂ ਰੀਚ ਬੱਚਿਆਂ ਨੂੰ ਪੜ੍ਹਾ ਰਹੇ ਆ, ਅਸੀਂ ਉਹਨਾਂ ਨੂੰ ਪ੍ਰਾਇਮਰੀ ਸਕੂਲ 'ਚ ਕਨਵਰਟ ਕਰ ਦਿਆਂਗੇ। ਔਰ ਇਹ ਬੜਾ ਵੱਡਾ ਸਕੈਂਡਲ ਹੋਇਆ ਪੂਰੇ ਭਾਰਤ 'ਚ। ਜਿਹੜੇ ਲੋਕ ਡਿਪਾਰਟਮੈਂਟ 'ਚ ਕੰਮ ਕਰਦੇ ਸੀ ਉਹਨਾਂ ਨੇ ਪਹਿਲਾਂ ਐਜੂਕੇਸ਼ਨ ਗਰੰਟੀ ਸਕੂਲ ਜਿਹੜੇ ਸੈਂਟਰ ਬਣਾ ਲਏ, ਆਪਣੇ ਘਰ ਦੇ ਵਿੱਚੋਂ ਇੱਕ ਕਮਰਾ ਕੱਢ ਕੇ ਉੱਥੇ ਨਾ ਐਜੂਕੇਸ਼ਨ ਸੈਂਟਰ ਬਣਾ ਲਿਆ, ਉੱਥੇ +2 ਵਾਲੀ ਲੜਕੀ ਰੱਖ ਲਈ, ਉਹਨੂੰ 3500 ਰੁਪਈਆ ਦਿੰਦੇ ਸੀ, ਉਹ 4 ਕੁ ਬੱਚੇ ਜਿਹੜੇ ਹੈ ਮਾਈਗ੍ਰੇਟਡ ਲੇਬਰ ਦੇ ਬਈਆਂ ਦੇ ਜਾਂ ਹੋਰ ਬਿਠਾ ਕੇ ਉਹਨਾਂ ਨੂੰ ਪੜ੍ਹਾਉਂਦੀ ਰਹੀ। ਜਦੋਂ ਹੀ 2 ਸਾਲ ਪੂਰੇ ਹੋਏ ਉਹਨਾਂ ਨੇ ਉਹਨੂੰ ਆਪਣੇ ਸਕੂਲ ਨੂੰ ਐਫੀਲੀਏਟ ਕਰਵਾ ਲਿਆ, ਕਿਉਂਕਿ ਗਵਰਨਮੈਂਟ ਦੀ ਸਕੀਮ ਸੀ ਕਿ ਸਕੂਲ ਰੈਗੂਲਰ ਕਰ ਦਿੱਤੇ ਜਾਣਗੇ। ਔਰ ਫਿਰ ਉਹ ਵਿਦਆਊਟ ਐਨੀ ਨੋਰਮਸ ਫੁੱਲਫਿਲ ਕੀਤਿਆਂ ਹੀ ਉਹ ਪ੍ਰਾਇਮਰੀ ਸਕੂਲ ਬਣ ਗਏ। ਔਰ ਉਹ ਅੱਜ ਫਿਰ ਉਹਨਾਂ ਸਕੂਲਾਂ ਦੀ ਜਦੋਂ ਐਫੀਲੀਏਸ਼ਨ ਹੋ ਗਈ, ਫਿਰ ਉਹਨਾਂ ਨੇ ਬਿਲਡਿੰਗ ਪਰਚੇਜ ਕੀਤੀ ਔਰ ਹੁਣ ਉਹ ਫੁੱਲ ਫਲੈਜਡ ਵੱਡੇ ਪਬਲਿਕ ਸਕੂਲਾਂ 'ਚ ਕਨਵਰਟ ਹੋ ਗਿਆ। ਮੇਰੇ 2 ਦੋਸਤਾਂ ਨੇ ਵੀ ਇਸ ਤਰ੍ਹਾਂ ਕੀਤਾ। ਇਹ ਬਹੁਤ ਵੱਡਾ ਸਕੈਂਡਲ ਜਿਹੜਾ ਕਿਹਾ ਗਿਆ ਸੀ ਕਿ ਜਿੰਨੇ ਸੈਂਟਰ ਹੋਣਗੇ ਅਲਟਰਨੇਟਿਵ ਸਕੀਮ ਇਨਕਲੂਸਿਵ ਸੈਂਟਰ ਹੋਣਗੇ, ਉਹ ਸਾਰਿਆਂ ਨੂੰ ਹੀ ਪ੍ਰਾਇਮਰੀ ਸਕੂਲ ਬਣਾ ਦਿਆਂਗੇ। ਔਰ ਇਹ ਬੜਾ ਵੱਡਾ ਸਕੈਂਡਲ ਜਿਹੜਾ ਹੈ ਭਾਰਤ ਦੇ ਵਿੱਚ ਹੋਇਆ। ਔਰ ਖਾਸ ਤੌਰ 'ਤੇ ਯੂਪੀ ਬਿਹਾਰ 'ਚ ਲੋਕਾਂ ਨੇ ਐਵੇਂ ਹੀ ਇੱਕ ਜਿਹੜਾ ਕੋਈ ਕਮਰਾ ਸੀਗਾ, ਕਿਸੇ ਨੇ ਕਿਚਨ ਖਾਲੀ ਕਰਕੇ ਉੱਥੇ 2-4-10 ਮਹੀਨੇ ਜਿਹੜਾ ਹੈ ਐਜੂਕੇਸ਼ਨ ਸੈਂਟਰ ਚਲਾਇਆ, ਉਸ ਤੋਂ ਬਾਅਦ ਉਹਨੂੰ ਪ੍ਰਾਇਮਰੀ ਸਕੂਲ ਐਫੀਲੀਏਟ ਕਰਵਾ ਲਿਆ ਤੇ ਬਾਅਦ ਦੇ ਵਿੱਚ ਉਹਨਾਂ ਨੇ ਉਹ ਸਕੂਲ ਨੂੰ ਫੁੱਲ ਫਲੈਜਡ ਜਿਹੜਾ ਹੈ ਪਬਲਿਕ ਸਕੂਲ 'ਚ ਕਨਵਰਟ ਕਰ ਲਿਆ। ਔਰ ਇਸੇ ਤਰ੍ਹਾਂ ਹੈ ਗ੍ਰਾਂਟਸ, ਸਕੂਲ ਗ੍ਰਾਂਟਸ ਦੀ ਗੱਲ ਜਦੋਂ ਕਰੀਏ ਤਾਂ ਉਹਨਾਂ ਨੇ ਕਿਹਾ ਹੈ ਕਿ ਨਾਨ ਫੰਕਸ਼ਨਲ ਸਕੂਲ ਇਕਵਿਪਮੈਂਟ ਵਾਸਤੇ, ਮੰਨ ਲਓ ਕੋਈ ਤੁਹਾਡਾ ਜਿਹੜਾ ਹੈ RO ਸਿਸਟਮ ਖਰਾਬ ਹੋ ਗਿਆ, ਕੋਈ ਫੈਨ ਖਰਾਬ ਹੋ ਗਿਆ, ਤੁਹਾਡਾ ਪ੍ਰਿੰਟਰ ਕੰਮ ਨਹੀਂ ਕਰਦਾ, ਉਹਦੇ ਲਈ 2000 ਰੁਪਈਆ ਸਾਲਾਨਾ ਜਿਹੜਾ ਹੈ ਪ੍ਰਿੰਸੀਪਲ ਖਰਚ ਕਰ ਸਕਦਾ ਹੈ। ਤੇ ਜੇ ਉਸ ਤੋਂ ਜ਼ਿਆਦਾ ਖਰਚ ਕਰਨਾ ਹੋਏ ਤਾਂ ਫਿਰ ਸਕੂਲ ਮੈਨੇਜਮੈਂਟ ਕਮੇਟੀ ਜਾਂ ਜਿਹੜਾ ਹੈ ਵਿਲੇਜ ਐਜੂਕੇਸ਼ਨ ਕਮੇਟੀ ਤੋਂ ਮਨਜ਼ੂਰੀ ਲੈਣੀ ਪਏਗੀ। ਔਰ ਹਰ ਟੀਚਰ ਸਾਲਾਨਾ 500 ਰੁਪਈਆ ਜਿਹੜਾ ਹੈ ਟੀਚਿੰਗ ਲਰਨਿੰਗ ਮਟੀਰੀਅਲ ਲਈ ਆਪਣੇ ਲੈਵਲ ਤੇ ਖਰਚ ਕਰਕੇ ਬਿੱਲ ਦੇ ਸਕਦਾ ਹੈ, ਉਹ ਮਨਜ਼ੂਰ ਕੀਤਾ ਜਾਏਗਾ। ਫਿਰ ਅਗਲੀ ਗੱਲ ਇਹਦੇ ਵਿੱਚ ਜਿਹੜੀ ਕੀਤੀ ਗਈ ਹੈ ਟੀਚਰ ਟ੍ਰੇਨਿੰਗ ਦੀ, ਉਹਨਾਂ ਨੇ ਕਿਹਾ ਕਿ 20 ਦਿਨ ਦੀ ਇਨ ਸਰਵਿਸ ਟ੍ਰੇਨਿੰਗ ਹਰ ਟੀਚਰ ਨੂੰ ਹਰ ਸਾਲ ਲਗਾਉਣੀ ਪਏਗੀ। ਔਰ 60 ਦਿਨਾਂ ਦੇ ਰਿਫਰੈਸ਼ਰ ਕੋਰਸ ਜਿਹੜੇ ਨੇ ਉਹਨਾਂ ਟੀਚਰ ਨੂੰ ਲਗਾਉਣੇ ਹੋਣਗੇ ਜਿਹਨੇ ਪਹਿਲਾਂ BEd ਜਾਂ ETT ਨਹੀਂ ਕਰਕੇ ਆਏ। ਸਾਲਾਨਾ ਉਹਨਾਂ ਨੂੰ ਹਰ ਸਾਲ 60 ਦਿਨ ਦੇ ਕੋਰਸਿਸ ਲਗਾਉਣੇ ਹੋਣਗੇ। ਔਰ ਫਿਰ 30 ਡੇ ਦਾ ਓਰੀਐਂਟੇਸ਼ਨ ਰਿਫਰੈਸ਼ਰ ਕੋਰਸ ਵੀ ਲਗਾਉਣਾ ਪਏਗਾ, ਜਿਹਦੇ 70 ਰੁਪਏ ਪਰ ਡੇ ਦੇ ਹਿਸਾਬ ਨਾਲ ਟੀਚਰ ਨੂੰ ਰਿਕਰੂਟਮੈਂਟ ਜਿਹੜਾ ਅਲਾਉਂਸ ਹੈ ਉਹ ਵੀ ਮਿਲੇਗਾ। ਔਰ ਇਹ ਫਰੈਸ਼ਲੀ ਰਿਕਰੂਟਡ ਜਿਹੜੇ ਟੀਚਰ ਨੇ ਉਹਨਾਂ ਨੂੰ ਲਗਾਉਣਾ ਹੋਏਗਾ ਓਰੀਐਂਟੇਸ਼ਨ ਪ੍ਰੋਗਰਾਮ।
ਔਰ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਜਾਂ ਤਾਂ SCRT ਦੀਆਂ ਡਾਈਟਸ ਚੱਲਣਗੇ ਜਾਂ ਸਪੈਸ਼ਲ ਸੈਂਟਰ ਦੇ ਵਿੱਚ ਚੱਲਣਗੇ ਔਰ ਇਹ ਜਿਹੜਾ ਹੈਗਾ ਪ੍ਰੋਵੀਜ਼ਨ ਇਹਦੇ ਵਿੱਚ ਕੀਤੀ ਗਈ ਤਾਂ ਕਿ ਇਨ ਸਰਵਿਸ ਟ੍ਰੇਨਿੰਗ ਵੀ ਮਿਲਦੀ ਰਹੇ, ਟੀਚਰ ਨੂੰ ਨਵੀਆਂ ਟੈਕਨੀਕਸ ਬਾਰੇ ਓਰੀਐਂਟ ਕੀਤਾ ਜਾ ਸਕੇ। ਡਿਸੇਬਲ ਚਿਲਡਰਨ ਦੇ ਵਾਸਤੇ ਇੱਕ ਪ੍ਰੋਵੀਜ਼ਨ ਰੱਖੀ ਗਈ ਹੈ ਕਿ 1200 ਰੁਪਈਆ ਡਿਸੇਬਲ ਚਿਲਡਰਨ ਦੇ ਲਈ ਹਰ ਸਾਲ ਪਰ ਚਿਲਡਰਨ ਦੇ ਲਈ ਦਿੱਤਾ ਜਾਏਗਾ, ਜਿਹਦੇ ਵਿੱਚ ਜੇਕਰ ਉਸਨੂੰ ਹੀਅਰਿੰਗ ਏਡ ਦੇ ਵਾਸਤੇ ਕੋਈ ਇਕਵਿਪਮੈਂਟ ਲੈਣਾ ਹੈ ਜਾਂ ਉਸਨੂੰ ਸਪੈਕਸ ਲੈ ਕੇ ਦੇਣੀਆਂ ਨੇ ਜਾਂ ਸਕੂਲ 'ਚ ਰੈਂਪ ਬਣਾਉਣਾ ਹੈ ਜਾਂ ਕੋਈ ਵੀਲ ਚੇਅਰ ਪਰਚੇਜ ਕਰਨੀ ਹੈ, ਐਨੀ ਟਾਈਪ ਆਫ ਇਕਵਿਪਮੈਂਟ ਇਜ਼ ਰਿਕੁਆਇਰਡ, ਤਾਂ ਇੱਕ ਬੱਚੇ ਲਈ 1200 ਰੁਪਈਆ ਟੀਚਰ ਜਿਹੜਾ ਹੈ ਖਰਚ ਕਰਕੇ ਬਿੱਲ ਪਾ ਸਕਦਾ ਹੈ ਸਪੈਸ਼ਲ ਨੀਡ ਦੇ ਲਈ। ਡਿਸਟ੍ਰਿਕਟ ਪਲਾਨ ਦੇ ਵਿੱਚ ਵੀ ਇਹ ਚੀਜ਼ ਰੱਖੀ ਗਈ ਸੀ ਕਿ 1200 ਰੁਪਈਆ ਜਿਹੜਾ ਹੈ ਇਹਦੇ ਵਿੱਚ ਆਏਗਾ। ਫਿਰ ਅਗਲੀ ਗੱਲ ਹੈ ਕਿ ਇਨੋਵੇਟਿਵ ਐਕਟੀਵਿਟੀਜ਼। ਇਨੋਵੇਟਿਵ ਐਕਟੀਵਿਟੀਜ਼ ਦੇ ਵਿੱਚ ਇਹ ਕਿਹਾ ਗਿਆ ਕਿ ਕੋਈ ਪ੍ਰੋਜੈਕਟ 15 ਲੱਖ ਤੋਂ 50 ਲੱਖ ਦੀ ਰੇਂਜ ਦਾ ਇੱਕ ਡਿਸਟ੍ਰਿਕਟ ਜਿਹੜਾ ਹੈ ਆਪਣੇ ਲਈ ਅਪਰੂਵ ਕਰਵਾ ਸਕਦਾ ਹੈ ਜੇਕਰ ਉਹ ਕੋਈ ਆਈਡੀਆ ਤੇ ਕੰਮ ਕਰੇ। ਮੇਰੇ ਇੱਕ ਦੋਸਤ ਨੇ ਕਰਮਜੀਤ ਸਿੰਘ ਖੇੜੀ ਚਮੇੜੀ ਦੇ ਵਿੱਚ ਜਿਹੜਾ ਹੈ ਸਕੂਲ 'ਚ ਟੀਚਰ ਨੇ, ਉਹ ਨਾ ਸਟੇਟ ਤੇ ਨੈਸ਼ਨਲ ਅਵਾਰਡੀ ਟੀਚਰ ਨੇ ਪ੍ਰਾਇਮਰੀ ਦੇ ਵਿੱਚ, ਮੈਨੂੰ ਲੱਗਦਾ ਬਹੁਤ ਰੇਅਰ। ਹੈਲੋ, ਹਾਂਜੀ सर यस जानते हैं। ਜਾਣਦੇ ਹੋ? ਓਕੇ, हाँ जी सर, मम्मा ਉੱਥੇ ਹੀ जॉब करके आए हैं। ਠੀਕ ਹੈ। ਤਾਂ ਉਹਨਾਂ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ। ਉਹਨਾਂ ਨੇ ਕੀ ਕੀਤਾ ਕਿ ਥਰੂ ਲਿਰਿਕਸ ਤੇ ਥਰੂ ਸੌਂਗਸ ਉਹ ਲੈਂਗੁਏਜ ਫੋਨੈਟਿਕਸ ਸਿਖਾਉਂਦੇ ਸੀਗੇ। ਤਾਂ ਉਹ ਪ੍ਰੋਜੈਕਟ ਪੂਰੇ ਸਟੇਟ ਨੇ ਅਡਾਪਟ ਕਰ ਲਿਆ। ਪਹਿਲਾਂ ਤਾਂ ਡਿਸਟ੍ਰਿਕਟ ਨੇ ਅਡਾਪਟ ਕੀਤਾ ਤਾਂ ਉਹਨਾਂ ਨੂੰ ਸਟੇਟ ਅਵਾਰਡ ਮਿਲ ਗਿਆ, ਫਿਰ ਪੂਰੇ ਸਟੇਟ ਨੇ ਅਡਾਪਟ ਕਰ ਲਿਆ ਤਾਂ ਉਹ ਡਿਸਟ੍ਰਿਕਟ ਅਵਾਰਡ ਮਿਲ ਗਿਆ। ਉਹਦੇ ਵਿੱਚ ਉਹ ਕੀ ਕਰਦੇ ਆ ਕਿ ਜਿਵੇਂ ਉਹ ਨਾ ਜੌਨੀ ਯਸ ਪਾਪਾ ਵਾਲੀਆਂ ਤਾਂ ਸੁਣੀਆਂ ਹੋਣੀਆਂ ਤੁਸੀਂ ਵੀਡੀਓ, ਕਿ ਨਹੀਂ ਸੁਣੀਆਂ? यस ਹਾਂ, ਇਸ ਤਰ੍ਹਾਂ ਦੀਆਂ ਪੰਜਾਬੀ ਦੇ ਵਿੱਚ ਉਹਨਾਂ ਨੇ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਜਿਹਦੇ ਵਿੱਚ ਉਹ ਮਿਊਜ਼ਿਕ ਆਪਣੀ ਆਵਾਜ਼ ਦੇ ਵਿੱਚ ਮਿਊਜ਼ਿਕ ਦਿੰਦੇ, ਕੰਪੋਜ਼ ਕਰਦੇ ਔਰ ਉਹਦੇ ਵਿੱਚ ਸਟੋਰੀ ਟੈਲਿੰਗ ਮੈਥਡ ਦੇ ਨਾਲ ਲੈਂਗੁਏਜ ਕਿਵੇਂ ਟੀਚ ਕੀਤੀ ਜਾ ਸਕਦੀ ਹੈ, ਸਿੰਗਿੰਗ ਦੇ ਥਰੂ, ਮਿਊਜ਼ਿਕ ਦੇ ਥਰੂ ਲੈਂਗੁਏਜ ਕਿਵੇਂ ਟੀਚ ਕੀਤੀ ਜਾਂਦੀ ਹੈ। ਇਹ ਪ੍ਰੋਜੈਕਟ ਲੈ ਕੇ ਆਂਦਾ ਔਰ ਉਹਨੂੰ 50 ਲੱਖ ਰੁਪਈਆ ਜਿਹੜਾ ਹੈ ਉਸ ਲੜਕੇ ਨੂੰ ਮਿਲਿਆ ਔਰ ਉਸ ਤੋਂ ਬਾਅਦ ਫਿਰ ਉਹਨੂੰ ਨੈਸ਼ਨਲ ਤੇ ਸਟੇਟ ਅਵਾਰਡ ਵੀ ਮਿਲਿਆ ਕਿਉਂਕਿ ਇਸ ਤੇ ਬੜੀ ਐਪਰੀਸ਼ੀਏਸ਼ਨ ਮਿਲੀ ਕਿ ਬੱਚੇ ਜਿਹੜੇ ਨੇ ਮਿਊਜ਼ਿਕ ਜਾਂ ਐਪਸ ਦੇ ਥਰੂ ਜਾਂ ਵੀਡੀਓ ਨੂੰ ਜ਼ਿਆਦਾ ਪਸੰਦ ਕਰਦੇ ਇੰਸਟੈਡ ਕਿ ਟੀਚਰ ਪੜ੍ਹਾਵੇ। ਟੀਚਰ ਤੇ ਪੜ੍ਹਾਉਣ ਨਾਲ ਉਹਨਾਂ ਨੂੰ ਓਨਾ ਅੱਛੀ ਤਰ੍ਹਾਂ ਨਹੀਂ ਸਿਖਾਇਆ ਜਾ ਸਕਿਆ ਜਿੰਨਾ ਰਾਈਮ ਦੇ ਵਿੱਚ ਜਾ ਕੇ ਅਸੀਂ ਉਹਨਾਂ ਨੂੰ ਸਿਖਾ ਸਕੇ। ਤਾਂ ਉਹ ਪ੍ਰੋਜੈਕਟ ਹੈ। ਇਸ ਤਰ੍ਹਾਂ ਦੇ ਕਿਸੇ ਵੀ ਇਨੋਵੇਟਿਵ ਪ੍ਰੋਜੈਕਟ ਤੇ ਤੁਸੀਂ ਕੰਮ ਕਰ ਸਕਦੇ ਹੋ। ਬੀਇੰਗ ਟੀਚਰ ਤੁਸੀਂ ਆਪਣੇ ਸਬਜੈਕਟ 'ਚ ਸਾਇੰਸ, ਮੈਥ, ਇੰਗਲਿਸ਼ ਜਾਂ ਕਿਸੇ ਵੀ ਇਕਨੋਮਿਕਸ 'ਚ ਤੁਸੀਂ ਕੋਈ ਪ੍ਰੋਜੈਕਟ ਲੈ ਕੇ ਆਓ, ਉਹਦੇ ਲਈ 50 ਲੱਖ ਰੁਪਈਆ ਤੁਹਾਨੂੰ ਡਿਸਟ੍ਰਿਕਟ ਪਲਾਨ ਲਈ ਮਿਲੇਗਾ। ਫਿਰ ਇਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਕੰਪਿਊਟਰ ਐਜੂਕੇਸ਼ਨ ਲਈ ਵੀ ਤੁਸੀਂ ਜਿਹੜਾ ਹੈ SC ST ਲਈ ਜੇ ਤੁਸੀਂ ਲੈਬ ਬਣਾਓ ਤਾਂ ਵੀ ਤੁਹਾਨੂੰ 50 ਲੱਖ ਰੁਪਏ ਦੀ ਜਿਹੜੀ ਹੈ ਐਨੂਅਲੀ ਡਿਸਟ੍ਰਿਕਟ ਪਲਾਨ 'ਚ ਮਿਲੇਗੀ। ਤਾਂ ਡਿਸਟ੍ਰਿਕਟ ਦੇ ਸਾਰੇ ਸਕੂਲ ਜਿਹੜੇ ਨੇ 50 ਲੱਖ ਰੁਪਈਆ ਸਪੈਂਡ ਕਰ ਸਕਦੇ ਆ। ਅਗਲੀ ਹੈ ਇੰਟਰਵੈਂਸ਼ਨ ਆਫ ਆਊਟ ਆਫ ਸਕੂਲ ਚਿਲਡਰਨ ਦੇ ਵਿੱਚ ਉਹਨਾਂ ਨੇ ਕਿਹਾ ਐਜੂਕੇਸ਼ਨ ਗਰੰਟੀ ਸਕੀਮਸ ਨੇ ਸੈਂਟਰ ਨੇ ਜਾਂ ਅਲਟਰਨੇਟਿਵ ਇਨੋਵੇਟਿਵ ਐਜੂਕੇਸ਼ਨ ਦੇ ਹੈਗੇ ਆ ਜਾਂ ਕੋਈ ਅਨਸਰਵਡ ਹੈਬਿਟੇਸ਼ਨਸ ਨੇ, ਉਹਨਾਂ ਦੇ ਲਈ ਅਲਟਰਨੇਟ ਸਕੂਲਿੰਗ ਮਾਡਲ ਲੈ ਕੇ ਆਉਣ ਦੇ ਲਈ ਬ੍ਰਿਜਿੰਗ ਕੋਰਸ ਲੈ ਕੇ ਆਵਾਂਗੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਰੈਮਡੀਅਲ ਕੋਰਸਿਸ ਹੋਣਗੇ, ਬ੍ਰਿਜ ਕੋਰਸਿਸ ਹੋਣਗੇ, ਬੈਕ ਟੂ ਸਕੂਲ ਸਕੀਮ ਚਲਾਈ ਜਾਏਗੀ। ਉਹਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਮੰਨ ਲਓ ਕਿ ਪਹਿਲਾਂ ਬੱਚਾ ਢਾਬੇ ਤੇ ਹੈ, ਅਸੀਂ ਉਸ ਨੂੰ 6 ਮਹੀਨੇ ਲਈ ਐਜੂਕੇਸ਼ਨ ਸੈਂਟਰ 'ਚ ਲੈ ਕੇ ਆਂਦਾ, ਬੱਚੇ ਦਾ ਇੰਟਰਸਟ ਬਣ ਗਿਆ ਪੜ੍ਹਨ ਦਾ, ਫਿਰ ਉਹਨੂੰ ਸਕੂਲ 'ਚ ਦਾਖਲ ਕਰਾਇਆ ਪਰ ਸਕੂਲ 'ਚ ਉਹਨੂੰ ਮੇਨ ਕਲਾਸ 'ਚ ਨਹੀਂ ਬਿਠਾਇਆ ਜਿਸ ਏਜ ਦਾ ਉਹ ਹੈਗਾ। ਪਹਿਲਾਂ ਉਹਦੀ ਰੈਮਡੀਅਲ ਕਲਾਸਿਸ ਲਗਾਈਆਂ ਪ੍ਰਵੇਸ਼ 'ਚ। ਪ੍ਰਵੇਸ਼ ਵਿੱਚ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਮਹਿਲ ਬਣੇ ਹੋਏ ਆ, ਜਿਹੜਾ ਬੱਚਾ 2 ਅਲਫਾਬੈਟ ਰੈਕਗਨਾਈਜ਼ ਨਹੀਂ ਕਰਦਾ ਉਹਨੂੰ ਅੱਖਰ ਮਹਿਲ 'ਚ ਲੈ ਜਾਂਦੇ, ਉਹਨੂੰ ਸ਼ਬਦ ਮਹਿਲ 'ਚ ਲੈ ਜਾਂਦੇ ਆ, ਨਹੀਂ ਸੌਰੀ ਉਹਨੂੰ ਅੱਖਰ ਮਹਿਲ 'ਚ ਲੈ ਜਾਂਦੇ ਆ। ਜਿਹੜਾ ਬੱਚਾ ਵਰਡ ਪੜ੍ਹ ਸਕਦਾ ਉਹਨੂੰ ਸ਼ਬਦ ਮਹਿਲ 'ਚ ਲੈ ਜਾਂਦੇ ਆ, ਜਿਹੜਾ ਸੈਂਟੈਂਸ ਪੜ੍ਹ ਸਕਦਾ ਉਹ ਵਾਕ ਮਹਿਲ 'ਚ ਹੁੰਦਾ, ਜਿਹੜਾ ਸਟੋਰੀ ਪੜ੍ਹ ਸਕਦਾ, ਪੈਰਾ ਪੜ੍ਹ ਸਕਦਾ ਉਹਨੂੰ ਪੈਰਾ ਮਹਿਲ ਕਹਿੰਦੇ ਆ, ਜਿਹੜਾ ਸਟੋਰੀ ਸੁਣਾ ਸਕਦਾ ਉਹਨੂੰ ਸਟੋਰੀ ਮਹਿਲ ਕਹਿੰਦੇ ਆ, ਕਹਾਣੀ ਦਾ ਮਹਿਲ। ਤਾਂ ਇਸੇ ਤਰ੍ਹਾਂ ਹੀ ਮੈਥ ਦੇ ਵਿੱਚ ਹੈ, ਜਿਹੜਾ ਬੱਚਾ ਕਾਊਂਟਿੰਗ ਆਉਂਦੀ ਹੈ, ਮਲਟੀਪਲੀਕੇਸ਼ਨ ਆਉਂਦੀ ਹੈ, ਐਡੀਸ਼ਨ ਆਉਂਦੀ ਹੈ, ਸਬਟ੍ਰੈਕਸ਼ਨ ਆਉਂਦੀ ਹੈ ਜਾਂ ਡਿਵੀਜ਼ਨ ਆਉਂਦੀ ਹੈ, ਤਾਂ ਇਸ ਤਰ੍ਹਾਂ ਦੀਆਂ ਰੈਮਡੀਅਲ ਕਲਾਸਿਸ 'ਚ ਉਹਨੂੰ ਰੱਖ ਕੇ ਜਦੋਂ ਉਹਨਾਂ ਦੀਆਂ ਸਕਿੱਲ ਰਿਫਾਈਨ ਹੋ ਜਾਣ ਫਿਰ ਅਸੀਂ ਉਹਨਾਂ ਨੂੰ ਮੇਨ ਸਕੂਲ 'ਚ ਲੈ ਕੇ ਜਾਵਾਂਗੇ। ਤਾਂ ਇਸ ਤਰ੍ਹਾਂ ਦੀ ਸਕੀਮ ਨੂੰ ਉਹਨਾਂ ਨੇ ਕਿਹਾ ਇੰਟਰਵੈਂਸ਼ਨ ਫਾਰ ਆਊਟ ਆਫ ਸਕੂਲ ਚਿਲਡਰਨ ਜਿਹੜਾ ਹੈ ਇਹਦੀ ਗੱਲ ਕੀਤੀ ਗਈ। ਫਿਰ ਅਗਲੀ ਗੱਲ ਉਹ ਕਰਦੇ ਆ ਕਿ ਮਾਈਕਰੋ ਪਲਾਨਿੰਗ ਕਰਾਂਗੇ ਡਿਸਟ੍ਰਿਕਟ ਯੂਨਿਟ ਦੇ ਉੱਪਰ। ਤਾਂ ਉਹ ਕਹਿੰਦੇ ਆ ਕਿ ਸਟੇਟ ਦੇ ਉੱਪਰ ਨੈਸ਼ਨਲ ਲੈਵਲ ਤੇ ਬੈਠ ਕੇ IAS ਪ੍ਰੋਗਰਾਮ ਬਣਾਉਂਦੇ ਆ ਉਹ ਫੇਲ ਹੋ ਜਾਂਦੇ ਆ। ਤਾਂ ਕਰਨਾ ਕੀ ਚਾਹੀਦਾ? ਉਹ ਕਹਿੰਦੇ ਵੀ ਆਰ ਗੋਇੰਗ ਟੂ ਰਿਵਰਸ ਦਾ ਆਰਡਰ ਆਫ ਪ੍ਰੈਪਰੇਸ਼ਨ ਫਾਰ ਪਲਾਨ। ਪਲਾਨ ਜਦੋਂ ਪ੍ਰਪੇਅਰ ਕਰਾਂਗੇ ਹੁਣ ਡਿਸਟ੍ਰਿਕਟ ਦਾ DO ਜਾਂ ਬਲਾਕ ਦਾ BO ਜਾਂ ਸਕੂਲ ਦਾ ਹੈੱਡ ਉਹ ਪਲਾਨ ਬਣਾਏਗਾ ਕਿ ਮੇਰੇ ਸਕੂਲ ਨੂੰ ਕੀ ਚਾਹੀਦਾ ਹੈ ਔਰ ਅਸੀਂ ਫਿਰ ਉੱਪਰ ਨੂੰ ਉਸ ਨੂੰ ਕਿਮੂਲੇਟ ਕਰਦੇ ਜਾਵਾਂਗੇ ਜਿਸ ਨਾਲ ਜ਼ਿਆਦਾ ਬੈਟਰ ਵੇ ਨਾਲ ਅਸੀਂ ਜਿਹੜਾ ਹੈ ਉਹ ਪ੍ਰੋਗਰਾਮ ਪਲਾਨ ਕਰ ਪਾਵਾਂਗੇ ਔਰ ਫਿਰ ਅਸੀਂ ਉਹਦੇ ਵਿੱਚ ਕਮਿਊਨਿਟੀ ਇਨਵੋਲਵਮੈਂਟ ਵੀ ਪੋਸੀਬਲ ਹੋ ਪਾਏਗੀ ਔਰ ਫਿਰ ਜਿਹੜਾ ਹੈ ਉਹਦੇ 'ਚ ਜ਼ਿਆਦਾ ਅੱਛੇ ਰਿਜ਼ਲਟ ਜਿਹੜੇ ਨੇ ਉਹ ਪੋਸੀਬਲ ਹੋ ਸਕਣਗੇ।
ਫਿਰ ਅਸੀਂ ਇਹਦੇ ਵਿੱਚ ਇੱਕ ਦੋ ਗੱਲਾਂ ਹੋਰ ਕੀਤੀਆਂ ਕਿ ਅਸੀਂ ਬੜੀਆਂ ਸਾਰੀਆਂ ਸਕੀਮਾਂ ਨੂੰ ਇਹਦੇ ਵਿੱਚ ਮਰਜਰ ਕਰ ਦਿੱਤਾ। ਇੱਕ ਐਸਐਸਏ ਤੇ ਮਿਡ ਡੇ ਮੀਲ ਦਾ ਮਰਜਰ ਕਰ ਦਿੱਤਾ ਗਿਆ ਕਿ ਐਸਐਸਏ ਦੇ ਅੰਡਰ ਹੀ ਮਿਡ ਡੇ ਮੀਲ ਚੱਲੇਗਾ। ਮਿਡ ਡੇ ਮੀਲ ਐਸਐਸਏ ਤੋਂ ਪਹਿਲਾਂ ਚੱਲਦਾ, 1991 ਤੋਂ ਚੱਲ ਰਿਹਾ ਹੈ, 1995 ਤੋਂ ਚੱਲ ਰਿਹਾ ਜਦੋਂ ਪੀਵੀ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਹੋਇਆ ਕਰਦੇ ਸੀ। ਪਰ ਹੁਣ ਅਸੀਂ ਇਸ ਨੂੰ ਕਹਿ ਦਿੱਤਾ ਕਿ ਜਿਹੜਾ ਐਸਐਸਏ ਦਾ ਪ੍ਰੋਗਰਾਮ ਹੈ, ਕਿਉਂਕਿ ਪੂਰੇ ਇੰਡੀਆ 'ਚ ਚੱਲ ਰਿਹਾ ਔਰ ਹਰ ਸਕੂਲ 'ਚ ਚੱਲ ਰਿਹਾ, ਤਾਂ ਕਿਉਂ ਨਾ ਐਸਐਸਏ ਦੇ ਜਿਹੜੇ ਪ੍ਰੋਜੈਕਟ ਕੋਆਰਡੀਨੇਟਰ ਨੇ ਉਹੀ ਮਿਡ ਡੇ ਮੀਲ ਨੂੰ ਹੈਂਡਲ ਕਰ ਲੈਣ। ਤਾਂ ਇਹ ਇੱਕ ਜਿਹੜਾ ਹੈ ਇਹਦੇ ਵਿੱਚ ਅਸੀਂ ਐਡ, ਔਰ ਉਹਦੇ ਵਿੱਚ ਉਹਨਾਂ ਨੇ ਫਿਰ ਮਿਡ ਡੇ ਮੀਲ ਦਾ ਵੀ ਇੱਕ ਸੈਟਅਪ ਬਣਾਇਆ। ਮਿਡ ਡੇ ਮੀਲ ਦਾ ਸੈਟਅਪ ਕੀ ਹੋਏਗਾ ਕਿ ਫੂਡ ਸਪਲਾਈ ਕਹਿੰਦੇ ਆ ਕਿ ਫੂਡ ਸਪਲਾਈ ਕਾਰਪੋਰੇਸ਼ਨ ਗ੍ਰਾਮ ਪੰਚਾਇਤ ਨੂੰ ਦੇਗੀ, ਫਿਰ ਉੱਥੋਂ ਜਿਹਨੂੰ ਰਾਸ਼ਨ ਡਿਪੂ ਕਹਿੰਦੇ ਆ, ਰਾਸ਼ਨ ਡਿਪੂ ਤੋਂ ਸਕੂਲ ਤੱਕ ਪਹੁੰਚੇਗਾ ਤੇ ਉਹਦੀ ਪੇਮੈਂਟ ਗਵਰਨਮੈਂਟ ਆਫ ਇੰਡੀਆ ਕਰੇਗੀ। ਔਰ ਇਸ ਤਰ੍ਹਾਂ ਨਾਲ ਜਿਹੜਾ ਹੈ ਗਵਰਨਮੈਂਟ ਆਫ ਇੰਡੀਆ ਤੋਂ ਡਿਸਟ੍ਰਿਕਟ ਦੇ ਡੀਓ ਨੂੰ ਆਏਗਾ, ਡੀਓ ਜਿਹੜਾ ਹੈ ਸਕੂਲ ਨੂੰ ਪੇ ਕਰ ਦੇਗਾ। ਤਾਂ ਇਸ ਢੰਗ ਨਾਲ ਜਿਹੜਾ ਹੈ ਅਸੀਂ ਉਹ ਮਿਡ ਡੇ ਮੀਲ ਦਾ ਜਿਹੜਾ ਮੋਨੀਟਰਿੰਗ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਇੱਕ ਮੀਲ ਜਿਹੜਾ ਹੈ ਦਿੰਦੇ ਆ ਬੱਚਿਆਂ ਨੂੰ, ਤਾਂ ਕਿ ਉਹਨਾਂ ਦੀ ਜਿਹੜੀ ਹੈ ਮੈਂਟਲ ਹੈਲਥ ਜਿਹੜੀ ਹੈ ਡਿਵੈਲਪਮੈਂਟ ਜਿਹੜੀ ਹੈ ਉਸ ਨੂੰ ਇੰਸ਼ੋਰ ਕੀਤਾ ਜਾ ਸਕੇ ਔਰ ਉਹਨਾਂ ਨੂੰ ਮਾਲ ਨਿਊਟ੍ਰੀਸ਼ਨ ਤੋਂ ਬਾਹਰ ਨਿਕਾਲਿਆ ਜਾ ਸਕੇ। ਤਾਂ ਇਹ ਸਾਡਾ ਸਾਰਾ ਐਸਐਸਏ ਦਾ ਜਿਹੜਾ ਪ੍ਰੋਗਰਾਮ ਸੀਗਾ। ਸਮਝ ਆ ਗਿਆ ਹੋਵੇ ਤਾਂ ਦੱਸੋ, ਜੇ ਕੋਈ ਹੋਰ ਪੁੱਛਣਾ ਹੈ ਤਾਂ ਵੀ ਕੁਐਸਚਨ ਵੀ ਕਰ ਸਕਦੇ ਹੋ। ਯੂ ਆਰ ਫ੍ਰੀ ਟੂ ਆਸਕ ਐਨੀ ਕੁਐਸਚਨ।